ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮਿਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਚਰਚਾ ਦੇ ਵਿੱਚ। ਪੰਜਾਬ ਦੇ ਵਿੱਚ ਅੱਜ ਅਸੀਂ ਜੋ ਚਰਚਾ ਕਰਨੀ ਹੈ ਉਹ ਕਰਨੀ ਹੈ ਕਿ ਪੰਜਾਬ ਦਾ ਅਰਥਚਾਰਾ, ਭਾਰਤ ਦਾ ਅਰਥਚਾਰਾ, ਕਿਉਂਕਿ ਭਾਰਤ ਦੇ ਅਰਥਚਾਰੇ ਦਾ ਸਿੱਧਾ ਇਫੈਕਟ ਪੰਜਾਬ ਦੇ ਅਰਥਚਾਰੇ 'ਤੇ ਪੈਂਦਾ ਹੈ ਅਤੇ ਬਹੁਤ ਕੁਝ ਉਤਾਰ ਚੜਾਵ ਦੇਖਣ ਨੂੰ ਮਿਲਦੇ ਪਏ ਨੇ। ਰੁਪਈਆ ਵੀ ਟੁੱਟ ਚੁੱਕਾ ਹੈ ਕਾਫੀ ਹੱਦ ਤੱਕ ਡਾਲਰ ਦੇ ਮੁਕਾਬਲੇ, ਬਹੁਤ ਜ਼ਿਆਦਾ, ਸਭ ਤੋਂ ਜ਼ਿਆਦਾ ਹੇਠਲੇ ਪੱਧਰ 'ਤੇ 81 ਤੋਂ ਉੱਤੇ ਚਲਾ ਗਿਆ। ਸੋ ਇਹ ਵੀ ਚੀਜ਼ ਚਿੰਤਾ ਬਣੀ ਹੋਈ ਹੈ ਸਾਡੇ ਦੇਸ਼ ਦੇ ਵਿੱਚ। ਸਾਰੀਆਂ ਅਰਥ ਵਿਵਸਥਾਵਾਂ ਦੁਨੀਆ ਦੀਆਂ, ਹਾਲਾਂਕਿ ਅਸੀਂ ਜਾਣਦੇ ਹਾਂ ਕਿ ਇਸ ਵਕਤ ਕੁਝ ਵੀ ਸਟੇਬਲ ਨਹੀਂ ਹੈ, ਫਿਰ ਵੀ ਅਸੀਂ ਭਾਰਤ ਨਾਲ ਕੰਸਰਨਡ ਹਾਂ, ਪੰਜਾਬ ਨਾਲ ਕੰਸਰਨਡ ਹਾਂ। ਅਸੀਂ ਆਪਣੀ ਗੱਲ ਕਰ ਰਹੇ ਹਾਂ। ਆંકੜੇ ਕੁਝ ਹੋਰ ਕਹਿੰਦੇ ਨੇ, ਸਰਕਾਰਾਂ ਕੁਝ ਹੋਰ ਕਹਿੰਦੀਆਂ ਨੇ, ਮਾਹਿਰ ਕੁਝ ਹੋਰ ਕਹਿੰਦੇ ਨੇ। ਵਿਚਲੀ ਗੱਲ ਕੀ ਹੈ ਕਿਸੇ ਨੂੰ ਕੁਝ ਨਹੀਂ ਪਤਾ ਲੱਗਦਾ ਪਿਆ। ਪਬਲਿਕ ਆਪਣੀ ਥਾਂ ਦੇ ਉੱਤੇ ਆਪਣੀ ਗੱਲ ਕਰਦੀ ਪਈ ਹੈ, ਮਹਿੰਗਾਈ ਦੀ ਮਾਰ ਸਹਿੰਦੀ ਪਈ ਹੈ। ਸਰਕਾਰਾਂ ਆਪਣੀ ਬੇਬਸੀ ਦੱਸਦੀਆਂ ਨੇ ਕਿ ਇਸ ਵਕਤ ਅੰਤਰਰਾਸ਼ਟਰੀ ਪੱਧਰ 'ਤੇ ਹਾਲਾਤ ਇੱਦਾਂ ਦੇ ਬਣੇ ਹੋਏ ਨੇ ਕਿ ਕੁਝ ਵੀ ਸਾਡੇ ਕਾਬੂ 'ਚ ਨਹੀਂ ਹੈ। ਪਰ ਫਿਰ ਵੀ ਕੁਝ ਅਜਿਹੀਆਂ ਚੀਜ਼ਾਂ ਨੇ ਜਿਹੜੀਆਂ ਸਮਝ ਤੋਂ ਪਰੇ ਨੇ ਕਿ ਇਹ ਹੋ ਕਿਵੇਂ ਰਿਹਾ। ਜਿਵੇਂ ਕਿ ਭਾਰਤ ਦੇ ਇੱਕ ਬਿਜ਼ਨਸਮੈਨ ਉਹ ਦੁਨੀਆ ਦੇ ਦੂਸਰੇ ਵੱਡੇ ਅਮੀਰ ਆਦਮੀ ਬਣ ਚੁੱਕੇ ਨੇ। ਉਹ ਕਿਵੇਂ ਅਮੀਰ ਬਣੀ ਜਾ ਰਹੇ ਨੇ ਅਤੇ ਬਾਕੀ ਕਿਵੇਂ ਗਰੀਬ ਹੋਈ ਜਾ ਰਹੇ ਨੇ, ਬਾਕੀ ਕਿਵੇਂ ਥੱਲੇ ਜਾਈ ਜਾ ਰਹੇ ਨੇ, ਉਹ ਅਪ ਜਾਈ ਜਾ ਰਹੇ ਨੇ। ਇਸ ਤਰ੍ਹਾਂ ਬਹੁਤ ਸਾਰੇ ਹੋਰ ਦੇਸ਼ਾਂ ਵਿੱਚ ਵੀ ਇਹ ਐਗਜ਼ਾਮਪਲਸ ਮਿਲ ਸਕਦੀਆਂ ਨੇ ਕਿ ਕੁਝ ਇੱਕ ਕਾਰਪੋਰੇਟ ਹਾਊਸਿਸ, ਕੁਝ ਇੱਕ ਬਿਜ਼ਨਸ ਹਾਊਸਿਸ, ਕੁਝ ਇੱਕ ਲੋਕ ਅਮੀਰ ਬਣ ਰਹੇ ਨੇ ਪਰ ਬਾਕੀ ਜਨਤਾ ਗਰੀਬ ਹੋ ਰਹੀ ਹੈ। ਰੁਪਈਆ ਟੁੱਟਦਾ ਪਿਆ ਹੈ, ਅਰਥ ਵਿਵਸਥਾ ਕਹਿੰਦੇ ਨੇ ਮਜ਼ਬੂਤ ਹੁੰਦੀ ਪਈ ਹੈ। ਇਹ ਗੱਲ ਸਮਝ ਨਹੀਂ ਆ ਰਹੀ। ਸੋ ਇਹ ਸਾਰੇ ਚੱਕਰ ਕੀ ਨੇ, ਇਹਨਾਂ ਚੱਕਰਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਇਹਨਾਂ ਚੱਕਰਾਂ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿ ਅਸੀਂ ਵੀ ਆਪਣਾ ਇੱਕ ਬਜਟ ਬਣਾ ਸਕੀਏ, ਆਪਣਾ ਇੱਕ ਟਰੈਕ ਬਣਾ ਸਕੀਏ ਕਿ ਅਸੀਂ ਆਪਣੇ ਪਰਿਵਾਰ ਨੂੰ ਚਲਾਉਣਾ ਕਿਵੇਂ ਹੈ। ਸੋ ਸਾਨੂੰ ਸੇਧ ਦੇਣ ਵਾਸਤੇ ਸਾਡੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਮਸ਼ਹੂਰ ਇਕੋਨੋਮਿਸਟ ਡਾਕਟਰ ਰਾਜੀਵ ਖੋਸਲਾ ਜੀ। ਰਾਜੀਵ ਜੀ, ਬਹੁਤ ਬਹੁਤ ਸਵਾਗਤ ਪੰਜਾਬ ਚਰਚਾ ਦੇ ਵਿੱਚ ਤੁਹਾਡਾ। ਮਿਹਰਬਾਨੀ ਜੀ ਖੰਨਾ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਸਵਾਗਤ, ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਸੋ ਗੱਲ ਕੁਝ ਸਮਝ ਨਹੀਂ ਆ ਰਹੀ, ਕੁਝ ਪੱਲੇ ਨਹੀਂ ਪੈ ਰਹੀ, ਦਿਮਾਗ ਕੰਮ ਨਹੀਂ ਕਰ ਰਿਹਾ। ਜਿੱਦਾਂ ਵੀ ਤੁਸੀਂ ਇਹਨੂੰ ਐਕਸਪਲੇਨ ਕਰਨਾ ਚਾਹੋ। ਰਾਜੀਵ ਜੀ, GDP ਦਾ ਕੀ ਹਾਲ ਹੈ ਇਸ ਵਕਤ ਜੋ ਭਾਰਤ ਦੇ ਅੰਦਰ ਇਸ ਵਕਤ ਸਥਿਤੀ ਬਣੀ ਹੋਈ ਹੈ? GDP ਦੇ ਅੰਕੜੇ ਜਿਹੜੇ ਹੈ ਅਪ੍ਰੈਲ ਤੋਂ ਬਾਅਦ ਦੇ, ਅਪ੍ਰੈਲ ਤੋਂ ਲੈ ਕੇ ਜੂਨ ਤੱਕ ਦੇ, ਯਾਨੀ ਕਿ ਪਹਿਲੀ ਤਿਮਾਹੀ ਜਿਹੜੀ ਹੈ 2022-23 ਦੀ ਜੀ, ਅਸੀਂ ਕਿਉਂਕਿ ਅਪ੍ਰੈਲ ਤੋਂ ਨਾਪਣਾ ਸ਼ੁਰੂ ਕਰਦੇ ਹਾਂ ਤਾਂ ਪਹਿਲੀ ਤਿਮਾਹੀ ਜਿਹੜੀ ਹੈ ਉਹਦੇ ਅੰਕੜੇ ਜਿਹੜੇ ਆ ਸਾਡੇ ਸਾਹਮਣੇ ਆਏ ਆ ਔਰ ਉਹ ਅੰਕੜੇ ਦੱਸਦੇ ਨੇ ਵੀ ਸਾਡੀ GDP ਮਤਲਬ ਅਰਥ ਵਿਵਸਥਾ ਜਿਹੜੀ ਹੈ ਉਹ 13.5% ਦੀ ਰਫ਼ਤਾਰ ਦੇ ਨਾਲ ਅੱਗੇ ਵੱਧ ਰਹੀ ਹੈ। ਹੁਣ ਇੱਥੇ ਤੱਕ ਤਾਂ ਗੱਲ ਸਾਰਿਆਂ ਨੇ ਪੜ੍ਹੀ ਹੈ, ਸਾਰੀਆਂ ਅਖਬਾਰਾਂ ਨੇ ਦੱਸਿਆ, ਮੀਡੀਆ ਨੇ, ਇਹ ਗੱਲ ਕੀ ਹੈ। ਪਰ ਇਹਦੇ ਨਾਲ ਜਿਹੜੀਆਂ ਦੋ ਤਿੰਨ ਚੀਜ਼ਾਂ ਰਲਦੀਆਂ ਨੇ, ਜਿਹੜੀ ਤੁਸੀਂ ਗੱਲ ਕੀਤੀ ਹੈ ਜਿੱਦਾਂ ਖੰਨਾ ਸਾਹਿਬ, ਵੀ ਸਮੱਸਿਆਵਾਂ ਕਿੱਥੇ ਹੈ। GDP ਵੱਧਦੀ ਹੈ ਤਾਂ ਹਰ ਕੋਈ ਕਹਿ ਰਿਹਾ ਹੈ, ਸਰਕਾਰ ਨੇ ਵੀ ਇਸ ਚੀਜ਼ ਦੇ ਵਿੱਚ ਕ੍ਰੈਡਿਟ ਲਿੱਤਾ ਹੈ ਵੀ GDP ਜਿਹੜੀ ਹੈ ਵੱਧ ਰਹੀ ਹੈ ਜੀ। ਪਰ ਇਹਦੇ ਨਾਲ ਜਿਹੜੀਆਂ ਦੋ ਤਿੰਨ ਗੁੱਝੀਆਂ ਚੀਜ਼ਾਂ ਨੇ ਉਹ ਆਪਾਂ ਸਮਝਦੇ ਹਾਂ। ਪਹਿਲੀ ਚੀਜ਼ ਜਿਹੜੀ ਹੈ ਵੀ GDP ਜਿੰਨੀ ਰਿਜ਼ਰਵ ਬੈਂਕ ਨੇ ਮਿੱਥੀ ਸੀ ਓਨੀ ਨਹੀਂ ਆਈ। ਪਹਿਲੇ ਕੁਆਟਰ ਦੀ ਪਹਿਲੀ ਤਿਮਾਹੀ ਦੀ ਜਿਹੜਾ ਰਿਜ਼ਰਵ ਬੈਂਕ ਸੀ ਉਹਨੇ ਅੰਦਾਜ਼ਾ ਲਾਇਆ ਸੀ ਕਿ ਤਕਰੀਬਨ 16%, ਜੇ ਐਗਜ਼ੈਕਟ ਹੋ ਜਾਈਏ ਤਾਂ 16.2% ਜਿਹੜੀ ਹੈ GDP ਦੇ ਵਿੱਚ ਪਹਿਲੀ ਤਿਮਾਹੀ ਦੇ ਵਿੱਚ ਐਸਟੀਮੇਸ਼ਨ ਹੈ ਵੀ ਇੰਨੀ ਆਏਗੀ। ਪਰ ਇਹ GDP ਨੰਬਰਸ ਜਿਹੜੇ ਨੇ ਉਸ ਐਸਟੀਮੇਟਸ ਤੋਂ ਘੱਟ ਨੇ ਜੀ। ਦੂਜੀ ਚੀਜ਼ ਜਿਹੜੀ ਹੈ GDP ਨੂੰ ਲੈ ਕੇ ਵੀ ਜਿਹੜਾ ਅਰਥਚਾਰਾ ਹੈ ਇਸ GDP ਦੇ ਵਿੱਚ ਭਾਵੇਂ ਸਰਕਾਰ ਇਹ ਕਹਿੰਦੀ ਹੈ ਵੀ ਅਸੀਂ ਵਿਸ਼ਵ ਦੀ ਸਭ ਤੋਂ ਵੱਧ ਤੇਜ਼ ਅੱਗੇ ਵੱਧਦੀ ਹੋਈ ਅਰਥ ਵਿਵਸਥਾ ਹੈ ਜੀ, ਪਰ ਸਾਨੂੰ ਇਹ ਵੀ ਚੀਜ਼ ਸਮਝਣੀ ਪਏਗੀ ਕਿ ਜਦੋਂ ਅਸੀਂ ਗਿਰੇ ਸੀ ਤਾਂ ਸਭ ਤੋਂ ਮਾੜੇ ਤਰੀਕੇ ਨਾਲ ਗਿਰੇ ਸੀ। ਹਾਂਜੀ, ਜਦੋਂ 2020 ਦੇ ਵਿੱਚ ਕਰੋਨਾ ਆਇਆ ਸੀ ਔਰ ਇਹਨਾਂ ਮਹੀਨਿਆਂ 'ਚ ਹੀ ਆਇਆ ਸੀ, ਮਾਰਚ, ਅਪ੍ਰੈਲ, ਮਈ ਦੇ ਵਿੱਚ ਜਦੋਂ ਲੋਕਡਾਊਨ ਲੱਗਾ ਸੀ 20-21 ਮਾਰਚ 2020 ਨੂੰ, ਉਹਦਾ ਅਰਥ ਵਿਵਸਥਾ ਦੇ ਉੱਤੇ ਇੰਨਾ ਹੀ ਡੂੰਘਾ ਪ੍ਰਭਾਵ ਪਿਆ ਸੀ। ਤਾਂ ਆਪਾਂ ਦੇਖੀਏ ਉਸ ਤੋਂ ਬਾਅਦ ਜਿਹੜੀ ਉਦੋਂ -23.5 ਤੇ ਜਿਹੜੀ GDP ਜਾ ਕੇ ਗਿਰ ਗਈ ਸੀ, ਇੰਨੀ ਕੰਟਰੈਕਸ਼ਨ ਹੋ ਗਈ ਸੀ, ਲੋਕਾਂ ਦੀਆਂ ਨੌਕਰੀਆਂ ਨਹੀਂ ਸੀ ਰਹੀਆਂ
ਤਾਂ ਸਾਰਾ ਅਰਥਚਾਰਾ ਖੜ ਗਿਆ ਸੀ। ਉਹ ਜਿਹੜਾ ਬੇਸ ਇਫੈਕਟ ਹੈ, ਉਹੀ ਚੀਜ਼ ਜਿਹੜੀ ਹੈ 2021 ਦੇ ਵਿੱਚ ਵੀ ਸਾਨੂੰ ਦੇਖਣ ਨੂੰ ਮਿਲੀ, ਕਿਉਂਕਿ 2021 ਦੇ ਵਿੱਚ ਵੀ ਕਰੋਨਾ ਦਾ ਪ੍ਰਭਾਵ ਸੀ। ਹੁਣ ਕੀ ਹੋਣਾ ਹੈ ਕਿ ਇਸ ਤੋਂ ਬਾਅਦ ਇਹ ਜਿਹੜੀ ਤਿਮਾਹੀ ਨਿਕਲ ਗਈ ਹੈ, ਯਾਨੀ ਕਿ ਜੁਲਾਈ, ਅਗਸਤ, ਸਤੰਬਰ ਜਾਂ ਅਗਲੀ ਉਸ ਤੋਂ ਅੱਗੇ ਅਕਤੂਬਰ, ਨਵੰਬਰ, ਦਸੰਬਰ ਦੀ ਜਿਹੜੀਆਂ ਤਿਮਾਹੀਆਂ ਆਉਣਗੀਆਂ, ਉਹਨਾਂ ਦੇ ਵਿੱਚ ਜਿਹੜਾ ਬੇਸ ਇਫੈਕਟ ਸੀ, ਜਿਹੜਾ ਉਸ ਵੇਲੇ ਨੈਗੇਟਿਵ ਸੀ, ਹੁਣ ਪੋਜ਼ਿਟਿਵ ਹੋ ਗਿਆ। ਜਿਹੜੀ ਇਮਾਰਤ ਜਿਹੜੀ ਬਣੀ ਗਈ ਹੈ ਉਹ ਖੱਡੇ ਦੇ ਉੱਤੋਂ ਦੀ ਜਿੱਦਾਂ ਅਸੀਂ ਉੱਪਰ ਨੂੰ ਆ ਰਹੇ ਹਾਂ, ਤਾਂ ਉਹ ਇਫੈਕਟ ਜਿਹੜਾ ਖਤਮ ਹੋ ਜਾਏਗਾ, ਜਿਹਨੂੰ ਅਸੀਂ ਬੇਸ ਇਫੈਕਟ ਕਹਿੰਦੇ ਹਾਂ। ਉਹ ਬੇਸ ਇਫੈਕਟ ਖਤਮ ਹੋ ਜਾਏਗਾ। ਐਕਚੁਅਲ ਸਾਨੂੰ ਅਸਲ ਸੈਂਸ ਦੇ ਵਿੱਚ ਇਸ ਤੋਂ ਬਾਅਦ ਆਉਣ ਵਾਲੇ ਜਿਹੜੇ ਨੰਬਰਸ ਹੋਣਗੇ, ਉੱਥੋਂ ਪਤਾ ਲੱਗੂਗਾ ਕਿ ਜੀਡੀਪੀ ਦੀ ਰਫ਼ਤਾਰ ਕਿੰਨੀ ਹੈ। ਲੇਕਿਨ ਜੋ ਅੰਦਾਜ਼ਾ ਲੱਗ ਰਿਹਾ ਹੈ, ਰਿਜ਼ਰਵ ਬੈਂਕ ਨੇ ਕਿਹਾ ਵੀ 7% ਇਸ ਸਾਲ ਦੀ ਪੂਰੇ ਦੀ 2022-23 ਜਿਹੜਾ 1 ਅਪ੍ਰੈਲ 2022 ਤੋਂ ਸਾਲ ਸ਼ੁਰੂ ਹੋਇਆ ਔਰ ਜਿਹੜਾ 31 ਮਾਰਚ 2023 ਤੱਕ ਜਾਏਗਾ, ਇਸ ਪੂਰੇ ਸਾਲ ਦੇ ਵਿੱਚ ਜੀਡੀਪੀ 7% ਦੀ ਗਰੋਥ ਲਏਗੀ। ਪਰ ਇਦਾਂ ਲੱਗਦਾ ਵੀ ਜੀਡੀਪੀ ਦੇ ਵਿੱਚ 7% ਦੀ ਗਰੋਥ ਨਹੀਂ ਆਣੀ। ਮਾਹਿਰ ਜਿਹੜੇ ਨੇ, ਐਕਸਪਰਟਸ ਨੇ, ਇਕਨੋਮਿਸਟ ਨੇ, ਉਹ ਕਹਿ ਰਹੇ ਨੇ ਵੀ ਹਿੰਦੁਸਤਾਨ ਦੀ ਜੀਡੀਪੀ ਹੁਣ 6 ਤੋਂ 6.5% ਤੱਕ ਵਧੇਗੀ। 7% ਤਾਂ ਨਹੀਂ ਵਧੇਗੀ, ਜਿੱਦਾਂ 17.2 16.2 ਆਰਬੀਆਈ ਨੇ ਮਿੱਥੀ ਸੀ, ਉਦਾਂ 13.5 ਆਈ ਹੈ। ਤਾਂ ਇਦਾਂ ਹੀ ਇਹਦਾ ਇਫੈਕਟ ਜਿਹੜਾ ਹੈ ਉਹ ਜੀਡੀਪੀ ਦੀ ਰਫ਼ਤਾਰ ਨੂੰ ਘੱਟ ਕਰੇਗਾ ਆਉਣ ਵਾਲੇ ਸਮੇਂ ਦੇ ਵਿੱਚ। ਲੇਕਿਨ ਸਾਨੂੰ ਇੱਕ ਚੀਜ਼ ਹੋਰ ਇਹਦੇ ਨਾਲ ਜਿਹੜੀ ਬਹੁਤ ਨਾਲ ਢੁਕਵੇਂ ਤੌਰ ਦੇ ਉੱਤੇ ਇਹਦੇ ਨਾਲ ਜੁੜਦੀ ਹੈ, ਉਹ ਹੈ ਵੀ ਜੇ ਜੀਡੀਪੀ ਘਟਦੀ ਹੈ ਤਾਂ ਸਾਡੀ ਇੰਪਲੋਇਮੈਂਟ ਜਿਹੜੀ ਹੈ, ਰੁਜ਼ਗਾਰ ਵਾਲਾ ਖੇਤਰ ਜਿਹੜਾ ਹੈ, ਉਹ ਨਹੀਂ ਵੱਧ ਸਕਦਾ। ਉਹ ਸਾਨੂੰ ਨਾਲ ਸਮਝਣੀ ਪਏਗੀ ਵੀ ਜੇ ਆਰਬੀਆਈ ਨੇ ਜਿੰਨੀ ਮਿੱਥੀ ਹੈ ਜੀਡੀਪੀ, ਉਸ ਹਿਸਾਬ ਦੇ ਨਾਲ ਸਾਡਾ ਅਰਥਚਾਰਾ ਨਹੀਂ ਵੱਧਦਾ, ਤਾਂ ਸਾਡਾ ਰੁਜ਼ਗਾਰ ਜਿਹੜਾ ਉਹ ਉਸ ਸਪੀਡ ਦੇ ਨਾਲ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਨਹੀਂ ਹੋ ਸਕੇਗਾ ਮਾਰਕੀਟ ਦੇ ਵਿੱਚ। ਰੁਜ਼ਗਾਰ ਵਧਣ ਦੇ ਲਈ ਘੱਟੋ ਘੱਟ ਵੀ ਜੀਡੀਪੀ ਦਾ 8.5% ਤੇ ਵਧਣਾ ਜ਼ਰੂਰੀ ਹੈ, ਜੋ ਮੌਜੂਦਾ ਸਮੇਂ ਦੇ ਹਾਲਾਤ ਨੇ। ਰਾਜੀਵ ਜੀ, ਇੱਕ ਤੁਸੀਂ ਰੋਜ਼ਗਾਰ ਦੀ ਗੱਲ ਕੀਤੀ ਹੈ। ਰੋਜ਼ਗਾਰ ਬਹੁਤ ਜ਼ਿਆਦਾ ਜ਼ਰੂਰੀ ਹੈ। ਇਸ ਵਕਤ ਪੂਰੇ ਭਾਰਤ ਵਿੱਚ ਹੀ ਬੇਰੁਜ਼ਗਾਰੀ ਬਹੁਤ ਜ਼ਿਆਦਾ ਵੱਧ ਚੁੱਕੀ ਹੈ। ਸੋ ਇਹਦੇ 'ਚ ਇੱਕ ਮੈਂ ਪੁਆਇੰਟ ਲੈਣਾ ਚਾਹੁੰਦਾ। ਅਕਸਰ ਇਹ ਕਿਹਾ ਜਾਂਦਾ ਹੈ ਕਿ ਰੋਜ਼ਗਾਰ ਕੈਪੀਟਲਿਸਟ ਪੈਦਾ ਕਰਦੇ ਨੇ। ਕੁਝ ਮਾਹਿਰ ਮੰਨਦੇ ਨੇ, ਹਾਲਾਂਕਿ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਹ ਕਹਿੰਦੇ ਨੇ ਕਿ ਨਹੀਂ, ਕੈਪੀਟਲਿਸਟ ਪੈਦਾ ਨਹੀਂ ਕਰਦੇ, ਰੋਜ਼ਗਾਰ ਮਿਡਲ ਕਲਾਸ ਪੈਦਾ ਕਰਦੀ ਹੈ। ਕਿਉਂਕਿ ਮਿਡਲ ਕਲਾਸ ਜਿੰਨੀ ਜ਼ਿਆਦਾ ਸਟਰੋਂਗ ਹੋਏਗੀ, ਉਹਦੀਆਂ ਡਿਮਾਂਡਸ ਜ਼ਿਆਦਾ ਹੋਣਗੀਆਂ, ਕਿਉਂਕਿ ਮਿਡਲ ਕਲਾਸ ਹਮੇਸ਼ਾ ਜ਼ਿਆਦਾ ਗਿਣਤੀ 'ਚ ਹੁੰਦੀ ਹੈ। ਕੈਪੀਟਲਿਸਟ ਬਹੁਤ ਥੋੜ੍ਹੇ ਹੁੰਦੇ ਨੇ। ਮਿਡਲ ਕਲਾਸ ਜ਼ਿਆਦਾ ਹੋਣ ਕਰਕੇ ਡਿਮਾਂਡ ਜ਼ਿਆਦਾ ਵੱਧ ਸਕਦੀ ਹੈ, ਔਰ ਇਸ ਕਰਕੇ ਜਿਹੜੀਆਂ ਸਾਰੀਆਂ ਇੰਡਸਟਰੀਜ਼ ਨੇ, ਉਹਨੂੰ ਜ਼ਿਆਦਾ ਉਤਪਾਦਨ ਕਰਨਾ ਪਏਗਾ, ਕਿਉਂਕਿ ਉਹਨਾਂ ਡਿਮਾਂਡਸ ਨੂੰ ਮੀਟ ਕਰਨ ਵਾਸਤੇ, ਡਿਮਾਂਡਸ ਪੂਰੀਆਂ ਕਰਨ ਵਾਸਤੇ ਜਦੋਂ ਜ਼ਿਆਦਾ ਉਤਪਾਦਨ ਕਰਨਾ ਤਾਂ ਜ਼ਿਆਦਾ ਨੌਕਰੀਆਂ ਚਾਹੀਦੀਆਂ ਹੋਣਗੀਆਂ, ਜ਼ਿਆਦਾ ਬੰਦੇ ਚਾਹੀਦੇ ਹੋਣਗੇ ਕੰਮ ਕਰਨ ਵਾਸਤੇ। ਸੋ ਇਹ ਡਿਮਾਂਡ ਜਿਹੜੀ ਵਧਾਉਂਦੀ ਹੈ, ਇਹ ਵਧਾਉਂਦੀ ਹੈ ਮਿਡਲ ਕਲਾਸ। ਔਰ ਜਿਹੜੀਆਂ ਵੱਡੀਆਂ ਕੰਟਰੀਜ਼ ਦੀਆਂ ਇਕੋਨਮੀਜ਼ ਨੇ, ਜਿਵੇਂ ਚਾਈਨਾ ਹੈ, ਉਹ ਵੀ ਇਸ ਚੀਜ਼ ਨੂੰ ਟਾਰਗੇਟ ਕਰਦੀ ਹੈ ਕਿ ਕਿਸ ਕੰਟਰੀ ਦੇ ਵਿੱਚ ਮਿਡਲ ਕਲਾਸ ਜ਼ਿਆਦਾ ਹੈ, ਉਹਨੂੰ ਉੱਥੇ ਆਪਣੀ ਮਾਰਕੀਟ ਵਿਖਾਈ ਦਿੰਦੀ ਹੈ, ਔਰ ਉਸੇ ਰੇਂਜ ਦੀਆਂ ਹੀ ਉਹ ਚੀਜ਼ਾਂ ਪੈਦਾ ਕਰਦੀ। ਕਿਉਂਕਿ ਜੋ ਰਿਚ ਕਲਾਸ ਹੈ ਉਹ ਤਾਂ ਇੱਕ ਲਿਮਿਟਿਡ ਹੈ, ਸੇ 1%, ਸੇ 10%, ਬਾਕੀ ਦੀ ਬਾਕੀ ਮਿਡਲ ਕਲਾਸ ਹੈ। ਐਮ ਆਈ ਰਾਈਟ ਕਿ ਮਿਡਲ ਕਲਾਸ ਹੀ ਜਨਰੇਟ ਕਰਦੀ ਹੈ ਇੰਪਲੋਇਮੈਂਟ? ਤੁਹਾਡੀ ਗੱਲ ਅਪ ਟੂ ਐਨ ਐਕਸਟੈਂਟ ਮੈਂ ਤੁਹਾਡੇ ਨਾਲ ਸਹਿਮਤ ਹਾਂ ਜੀ, ਵੀ ਇਹ ਮਿਡਲ ਕਲਾਸ ਜਿਹੜੀ ਹੈ ਰੁਜ਼ਗਾਰ ਪੈਦਾ ਕਰਦੀ ਹੈ। ਜਿੱਦਾਂ ਅਸੀਂ ਆਪਣੇ ਘਰਾਂ ਦੇ ਵਿੱਚ ਦੇਖੀਏ ਵੀ ਸਾਡੇ ਕੋਲ ਜਿਹੜੇ ਲੋਕ ਆਉਂਦੇ ਨੇ, ਨੌਕਰੀਆਂ ਕਰਨ ਆਉਂਦੇ ਆ, ਸਾਡੇ ਕੋਲ ਸਵੇਰ ਤੋਂ ਸ਼ੁਰੂ ਹੁੰਦੇ, ਪਹਿਲਾਂ ਅਖਬਾਰ ਵਾਲਾ ਆਉਂਦਾ। ਜੇ ਸਾਡੀ ਮਾਲੀ ਹਾਲਤ ਚੰਗੀ ਹੈ ਤਾਂ ਅਸੀਂ ਅਖਬਾਰਾਂ ਲੈਂਦੇ ਹਾਂ। ਸਫਾਈ ਵਾਲਾ ਜਿਹੜਾ ਹੈਗਾ, ਸਾਡੇ ਘਰਾਂ ਦੇ ਵਿੱਚ ਜਿਹੜੇ ਸਫਾਈ ਕਰਨ ਲੋਕ ਆਉਂਦੇ ਨੇ, ਜਿਹੜਾ ਕੋਈ ਕੂੜਾ ਚੱਕਣ ਆਉਂਦਾ, ਸਾਡੀ ਗੱਡੀਆਂ ਧੋਣ ਲਈ ਜਿਹੜੇ ਬੰਦੇ ਆਉਂਦੇ ਨੇ, ਸਾਡਾ ਮਾਲੀ ਆਉਂਦਾ, ਸਾਡੇ ਜਿਹੜਾ ਧੋਬੀ ਹੈ ਉਹ ਆਉਂਦਾ। ਤਾਂ ਅਸੀਂ ਇੰਟੈਂਸ਼ਨਲੀ ਜਾਂ ਅਨਇੰਟੈਂਸ਼ਨਲੀ ਕਈ ਲੋਕਾਂ ਨੂੰ ਆਪਣੇ ਨਾਲ ਨੌਕਰੀ ਦਿੰਦੇ ਹਾਂ। ਇੱਕ ਮਿਡਲ ਕਲਾਸ ਦੇ ਵਿੱਚ ਜਿਹੜਾ ਬੰਦਾ ਹੈ, ਜਿਹੜਾ ਲੋਅਰ ਕਲਾਸ ਵਾਲਾ ਹੈ, ਉਹਦੇ ਕੋਲ ਇਹ ਸਾਰੀਆਂ ਉਹ ਇੰਨਾ ਕੰਮ ਨਹੀਂ ਕਰ ਸਕਦਾ ਜਿੰਨੇ ਮਿਡਲ ਕਲਾਸ ਵਾਲੇ ਲੋਕ ਕੰਮ ਕਰ ਸਕਦੇ। ਜਿਹੜੀ ਤੁਸੀਂ ਗੱਲ ਕੀਤੀ ਹੈ, ਤਾਂ ਉਸ ਸੈਂਸ ਦੇ ਵਿੱਚ ਤੁਹਾਡੀ ਗੱਲ ਠੀਕ ਹੈ। ਮਿਡਲ ਕਲਾਸ ਜਿਹੜੀ ਹੈ ਲੋਕਾਂ ਨੂੰ ਨੌਕਰੀ ਪ੍ਰੋਵਾਈਡ ਕਰਦੀ ਹੈ। ਇਹਨੂੰ ਇਨਫਾਰਮਲ ਅਸੀਂ ਇੰਪਲੋਇਮੈਂਟ ਕਹਿੰਦੇ ਹਾਂ। ਇਨਫਾਰਮਲ ਦਾ ਮਤਲਬ ਲੇਖਾ ਜੋਖਾ ਨਹੀਂ ਇਹਦਾ ਰੱਖਿਆ ਜਾਂਦਾ, ਇਹਦਾ ਕੋਈ ਅਸੀਂ ਅਕਾਊਂਟਸ ਮੇਨਟੇਨ ਨਹੀਂ ਕਰਦੇ ਵੀ ਜੇ ਗੱਡੀ ਧੋਣ ਵਾਲਾ ਆਇਆ ਉਹਨੂੰ 500-700 ਰੁਪਈਆ ਦੇਤਾ, 1000 ਰੁਪਈਆ ਦੇਤਾ, 2 ਗੱਡੀਆਂ ਧਵਾ ਲਈਆਂ। ਜੇ ਧੋਬੀ ਆਇਆ ਉਹਨੂੰ ਕੱਪੜੇ ਜਿੱਦਾਂ ਅਸੀਂ ਪ੍ਰੈਸ ਕਰਨ ਦੀ ਦਿੰਦੇ ਆ, ਉਸ ਤਰ੍ਹਾਂ ਉਸ ਹਿਸਾਬ ਦੇ ਨਾਲ ਉਹਨੂੰ ਪੇਮੈਂਟ ਕਰ ਦਿੰਦੇ। ਸਫਾਈ ਵਾਲੇ ਆਉਂਦੇ ਆ, ਉਹਨਾਂ ਨੂੰ ਅਸੀਂ ਉਸ ਤਰੀਕੇ ਨਾਲ, ਤਾਂ ਇਹਦਾ ਅਸੀਂ ਕੋਈ ਅਕਾਊਂਟ ਨਹੀਂ ਰੱਖਦੇ ਇਸ ਖਰਚੇ ਦੇ। ਇਸ ਕਰਕੇ ਇਹਨੂੰ ਇਨਫਾਰਮਲ ਸੈਕਟਰ ਦੀ ਗੱਲ ਕਰਦੇ ਹਾਂ ਅਸੀਂ।
ਦੂਜੀ ਗੱਲ ਜਿਹੜੀ ਹੈ ਨਾ ਖੰਨਾ ਸਾਹਿਬ, ਇਹ ਤਾਂ ਮਿਡਲ ਕਲਾਸ ਸਾਡੀ ਬਹੁਤ ਸ਼ਰਿੰਕ ਹੋ ਰਹੀ ਹੈ। ਅਸੀਂ ਪਹਿਲਾਂ ਵੀ ਇੱਕ ਦੋ ਪ੍ਰੋਗਰਾਮਾਂ ਦੇ ਵਿੱਚ ਇਹ ਗੱਲ ਕੀਤੀ ਸੀ, ਮੈਂ ਤੁਹਾਡੇ ਵਾਲੇ ਚੈਨਲ ਦੇ ਉੱਤੇ ਬੈਠ ਕੇ ਅਸੀਂ ਇਹ ਗੱਲ ਡਿਸਕਸ ਵੀ ਕੀਤੀ ਸੀ ਵੀ ਜਿਹੜਾ ਮਿਡਲ ਕਲਾਸ ਹੈ ਇਹ ਤਾਂ ਲਗਾਤਾਰ ਸ਼ਰਿੰਕ ਹੋ ਰਹੀ ਹੈ। ਕਰੋਨਾ ਦੀ ਮਾਰ ਪਈ ਹੈ ਜਿਹਦੇ ਕਰਕੇ ਜਿਹੜੇ ਲੋਕ ਮਿਡਲ ਕਲਾਸ ਦੇ ਵਿੱਚ ਸੀਗੇ, ਲੋਅਰ ਮਿਡਲ, ਜਿਹੜਾ ਮਿਡਲ ਦੇ ਵਿੱਚ ਵੀ ਦੋ ਦੋ ਇਹਦੇ ਪੱਖ ਨੇ, ਇੱਕ ਹਾਇਰ ਮਿਡਲ ਔਰ ਅਪਰ ਮਿਡਲ, ਇੱਕ ਲੋਅਰ ਮਿਡਲ। ਜਿਹੜਾ ਲੋਅਰ ਮਿਡਲ ਹੈ ਉਹ ਪਾਵਰਟੀ ਦੇ ਵਿੱਚ ਜਾ ਰਿਹਾ, ਬਿਲੋ ਪਾਵਰਟੀ ਲਾਈਨ ਜਾ ਰਹੇ ਨੇ ਉਹ ਵੀ ਹੁਣ ਪਾਵਰ, ਕਿਉਂਕਿ ਇਹ ਉਹ ਲੋਕ ਸਨ ਜਿਹੜੇ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚ ਆ ਗਏ ਸੀ ਰੁਜ਼ਗਾਰ ਕਰਨ ਦੇ ਲਈ। ਸ਼ਹਿਰਾਂ ਦੇ ਆਪਾਂ ਦੇਖਿਆ ਵੀ ਚੰਗੇ ਸ਼ਹਿਰਾਂ ਦੇ ਵਿੱਚ, ਜਿੱਦਾਂ ਹੁਣ ਤੁਸੀਂ ਜਲੰਧਰ ਸ਼ਹਿਰ ਦੇ ਵਿੱਚ ਬੈਠੇ ਹੋ, ਆਲੇ ਦੁਆਲੇ ਜਲੰਧਰ ਦੇ ਕਈ ਸਾਰੀਆਂ ਕਲੋਨੀਆਂ ਖੁੱਲ ਗਈਆਂ। ਉਹਨਾਂ ਕਲੋਨੀਆਂ 'ਚ ਇਹ ਲੋਕ ਜਿਹੜੇ ਨੇ ਉੱਥੇ ਕੰਮ ਕਰਨ ਆਉਂਦੇ ਸੀ, ਛੋਟਾ ਮੋਟਾ ਕੰਮ ਕਰਦੇ ਸੀ, 15-20 ਹਜ਼ਾਰ ਰੁਪਏ ਦੀ ਦਿਹਾੜੀ ਪਾਉਂਦੇ ਸੀ। ਕੋਈ ਉਬਰ ਦੀ ਗੱਡੀ ਚਲਾ ਲੈਂਦਾ ਸੀ, ਕੋਈ ਸਵਿਗੀ ਦੇ ਵਿੱਚ ਜਾ ਕੇ ਜ਼ੋਮੈਟੋ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੰਦਾ ਸੀ, ਕੋਈ ਕੋਰੀਅਰ ਜਿਹੜੇ ਡਿਲੀਵਰੀ ਬॉयਜ਼ ਬਣ ਜਾਂਦੇ ਸੀ। ਇਹ ਛੋਟੇ ਮੋਟੇ ਜਿਹੜੇ ਕੰਮ ਸੀਗੇ ਇਹ ਲੋਕ ਕਰ ਰਹੇ ਸੀ। ਹੁਣ ਹੋਇਆ ਕੀ ਹੈ, ਸਮੇਂ ਦੇ ਨਾਲ ਖਾਸ ਕਰਕੇ ਜੇ ਅਸੀਂ ਜੀਐਸਟੀ ਤੋਂ ਬਾਅਦ ਦੇਖੀਏ, ਜੀਐਸਟੀ ਤੋਂ ਬਾਅਦ ਸਮੱਸਿਆਵਾਂ ਆਣੀਆਂ ਸ਼ੁਰੂ ਹੋਈਆਂ। ਔਰ ਉਸ ਤੋਂ ਵੀ ਪਹਿਲਾਂ ਜੇ ਆਪਾਂ ਚੱਲੀਏ ਤਾਂ ਡੀਮੋਨੇਟਾਈਜੇਸ਼ਨ, ਜੀਐਸਟੀ ਤੋਂ ਵੀ ਪਹਿਲਾਂ ਜਿਹੜਾ ਡੀਮੋਨੇਟਾਈਜੇਸ਼ਨ ਹੈ, ਕਿਉਂਕਿ ਉੱਥੋਂ ਦੀ ਹਿੱਟ ਹੋਣਾ ਸ਼ੁਰੂ ਹੋਇਆ ਕੰਮ। ਡੀਮੋਨੇਟਾਈਜੇਸ਼ਨ ਜਾਂ ਜੀਐਸਟੀ ਜਾਂ ਅਸੀਂ ਲੋਕਡਾਊਨ ਦੀ ਗੱਲ ਕਰੀਏ ਤਾਂ ਇਹਨਾਂ ਤਿੰਨਾਂ ਦੇ ਨਾਲ ਹੋਇਆ ਕੀ ਹੈ, ਇਹ ਰਾਤੋਂ ਰਾਤ ਜਿਹੜੀਆਂ ਪਾਲਿਸੀਜ਼ ਬਣ ਗਈਆਂ, ਇਹਨਾਂ ਨੇ ਅਟੈਕ ਕੀਤਾ ਸਾਡੇ ਇਨਫਾਰਮਲ ਸੈਕਟਰ ਤੇ। ਜਿਹੜੀਆਂ ਕੰਪਨੀਆਂ ਜਿਹੜੀਆਂ ਨੇ ਛੋਟੀਆਂ ਮੋਟੀਆਂ ਜਿਹੜੀਆਂ ਰੁਜ਼ਗਾਰ ਦਿੰਦੀਆਂ ਸੀ ਉਹ ਬੰਦ ਹੋ ਗਈਆਂ। ਦੇਖੋ ਨਾ ਖੰਨਾ ਸਾਹਿਬ, ਆਪਾਂ ਗੱਲ ਕਰਦੇ ਵੀ ਸਰਕਾਰ ਨੇ ਆਪਣੇ ਵੱਲੋਂ ਸਾਰੇ ਯਤਨ ਕੀਤੇ। ਕਰੋਨਾ ਤੋਂ ਬਾਅਦ ਸਰਕਾਰ ਨੇ 20 ਲੱਖ ਕਰੋੜ ਦਾ ਪੈਕੇਜ ਦਿੱਤਾ, ਆਪਾਂ ਇਸ ਚੀਜ਼ ਤੋਂ ਇਨਕਾਰ ਨਹੀਂ ਕਰ ਸਕਦੇ। ਉਸ ਤੋਂ ਬਾਅਦ ਸਰਕਾਰ ਨੇ ਕ੍ਰੈਡਿਟ ਗਰੰਟੀ ਸਕੀਮਾਂ ਦਿੱਤੀਆਂ ਵੀ ਤੁਸੀਂ ਕਰਜ਼ੇ ਚੁੱਕੋ, ਅਸੀਂ ਪਿੱਛੇ ਖੜੇ ਹਾਂ, ਤੁਹਾਨੂੰ ਗਰੰਟੀ ਦਿੰਦੇ ਹਾਂ ਵੀ ਬੈਂਕਾਂ ਨੂੰ ਸਰਕਾਰ ਨੇ ਗਰੰਟੀ ਦਿੱਤੀ। ਉਸ ਤੋਂ ਬਾਅਦ ਪੀਐਲਆਈ ਸਕੀਮ ਆਈਆਂ, ਪ੍ਰੋਡਕਸ਼ਨ ਲਿੰਕ ਇਨਸੈਂਟਿਵ ਸਕੀਮਾਂ ਆਈਆਂ ਵੀ ਹੁੰਗਾਰਾ ਮਿਲੇ, ਅਲੱਗ-ਅਲੱਗ ਖੇਤਰਾਂ ਨੂੰ, ਮੈਨੂਫੈਕਚਰਿੰਗ ਸੈਕਟਰ ਨੂੰ ਹੁੰਗਾਰਾ ਮਿਲੇ। ਸਰਕਾਰ ਨੇ ਆਪਣੇ ਵੱਲੋਂ ਸਾਰੇ ਯਤਨ ਕੀਤੇ। ਇੱਕ ਅਰਥ ਵਿਵਸਥਾ ਦੇ ਵਿੱਚ ਜੋ ਤੇਲ ਚਾਹੀਦਾ ਸੀ ਜਾਂ ਜੋ ਘਿਓ ਪਾਉਣ ਦੀ ਲੋੜ ਸੀ, ਸਰਕਾਰ ਨੇ ਪਾਇਆ। ਲੇਕਿਨ ਉਸ ਦੇ ਬਾਵਜੂਦ ਸਾਡੀ ਅਰਥ ਵਿਵਸਥਾ ਜਿਹੜੀ ਹੈ ਰਿਸਪੌਂਡ ਕਿਉਂ ਨਹੀਂ ਕਰਦੀ? ਸਵਾਲ ਤਾਂ ਇੱਥੇ ਖੜਾ ਹੁੰਦਾ, ਉਸ ਦੇ ਬਾਵਜੂਦ ਨੌਕਰੀਆਂ ਕਿਉਂ ਨਹੀਂ ਪੈਦਾ ਹੋ ਰਹੀਆਂ? ਕਿਉਂ ਸਾਡੇ ਬੇਰੁਜ਼ਗਾਰੀ ਜਿਹੜੀ ਹੈ ਜ਼ਿਆਦਾ ਹੈ? ਉਹਦਾ ਕਾਰਨ ਇਹ ਹੈ ਕਿ ਦੇਖੋ, ਜਿਹੜੇ ਸਰਕਾਰ ਦੇ ਜਿਹੜੇ ਉਪਰਾਲੇ ਵੀ ਰਹੇ ਨੇ, ਇਹ ਬੜੇ ਇੱਕ ਫੋਕਸਡ ਸੈਕਟਰ ਦੇ ਉੱਤੇ ਰਹੇ ਨੇ। ਇਹ ਉਹਨਾਂ ਸੈਕਟਰਾਂ ਦੇ ਲਈ ਜਾਂ ਉਹਨਾਂ ਕੰਪਨੀਆਂ ਨੂੰ ਤਾਂ ਕੰਮ, ਉਹਨਾਂ ਨੂੰ ਤਾਂ ਲੋਨ ਵੀ ਮਿਲ ਗਏ ਜਾਂ ਉਹ ਤਾਂ ਉਹਨਾਂ ਨੂੰ ਪੀਐਲਆਈ ਸਕੀਮਾਂ ਵੀ ਮਿਲ ਗਈਆਂ, ਜਿਹੜੀਆਂ ਕੰਪਨੀਆਂ ਐਗਜ਼ਿਸਟ ਕਰ ਰਹੀਆਂ ਸੀ, ਜਿਹੜੀਆਂ ਬਚ ਗਈਆਂ ਸੀ, ਜਿਹੜੀਆਂ ਮਾਰੀਆਂ ਗਈਆਂ, ਜਿਹੜੀਆਂ ਕਰੋਨਾ ਦੇ ਕਰਕੇ ਬਿਜ਼ਨੈਸਸ ਠੱਪ ਹੋ ਗਏ, ਮਾਰੇ ਗਏ, ਉਹਨਾਂ ਦੇ ਲਈ ਸਰਕਾਰ ਨੇ ਕਿਸੇ ਤਰ੍ਹਾਂ ਦਾ ਕੋਈ ਮੋਰੇਟੋਰੀਅਮ ਨਹੀਂ ਦਿੱਤਾ। ਉਹਨਾਂ ਨੂੰ ਨਹੀਂ ਮੁਲਤਵੀ ਹੋਏ, ਉਹਨਾਂ ਦੀਆਂ ਕਿਸ਼ਤਾਂ ਜਿਹੜੀਆਂ ਨੇ, ਉਹਨਾਂ ਦਾ ਵਿਆਜ ਜਿਹੜਾ ਦੇਣਾ ਉਹ ਮੁਲਤਵੀ ਨਹੀਂ ਹੋਇਆ, ਮੋਰੇਟੋਰੀਅਮ ਉਹਨੂੰ ਨਹੀਂ ਮਿਲਿਆ। ਨਾ ਹੀ ਸਰਕਾਰ ਨੇ ਕੋਈ ਉਪਰਾਲਾ ਕੀਤਾ ਵੀ ਅਸੀਂ ਜਿਹੜੇ ਨਵੇਂ ਬਿਜ਼ਨੈਸਸ ਹੈ, ਜਿਹੜੇ ਨਵੇਂ ਬੱਚੇ ਆ ਰਹੇ, ਮੈਂ ਸਟਾਰਟਅਪਸ ਦੀ ਗੱਲ ਨਹੀਂ ਕਰ ਰਿਹਾ, ਜਿਹੜੇ ਨਵੇਂ ਬੱਚੇ ਆ ਰਹੇ ਹੈ, ਜਿਹੜੇ ਜਿੱਦਾਂ ਅਸੀਂ ਦੇਖਦੇ, ਮੈਂ ਇੱਕ ਕਾਲਜ ਦੇ ਵਿੱਚ ਪੜਾਉਣਾ ਹੈ ਜੀ, ਜਿਹੜੇ ਬੱਚਿਆਂ ਨੂੰ ਅਸੀਂ ਪੜ੍ਹਾ ਕੇ ਬਾਹਰ ਭੇਜਦੇ ਹਾਂ, ਜਿਨ੍ਹਾਂ ਦੇ ਹੱਥਾਂ 'ਚ ਡਿਗਰੀਆਂ ਆ ਗਈਆਂ, ਕਿ ਸਰਕਾਰ ਨੇ ਉਹਨਾਂ ਵਾਸਤੇ ਵੀ ਉਹ ਲੋਕ ਆ ਕੇ ਨਿਵੇਸ਼ ਕਰ ਸਕਣ, ਉੱਥੇ ਕਿਤੇ ਨਾ ਕਿਤੇ ਸਮੱਸਿਆ ਰਹੀ ਹੈ, ਉਪਰਾਲਾ ਨਹੀਂ ਕੀਤਾ ਜਿੱਥੇ ਕਰਨ ਦੀ ਲੋੜ ਹੈ। ਉਹਦੇ ਕਰਕੇ ਕੀ ਹੋਇਆ ਕਿ ਲੋਕਾਂ ਦੇ ਰੁਜ਼ਗਾਰ ਜਿਹੜੇ ਨੇ ਬੜੇ ਕਨਸੈਂਟਰੇਟ ਹੋ ਗਏ, ਕੁਝ ਕੰਪਨੀਆਂ ਦੇ ਵਿੱਚ ਰਹਿ ਗਏ, ਔਰ ਇਹ ਵੀ ਉਹ ਕੰਪਨੀਆਂ ਨੇ ਜਿਹੜੀਆਂ ਵੱਡੀਆਂ ਕੰਪਨੀਆਂ ਦੇ ਇੰਟਰਸਟ ਸਾਧ ਰਹੀਆਂ ਨੇ, ਜਿਨ੍ਹਾਂ ਦੇ ਇੰਟਰਸਟ ਵੱਡਿਆਂ ਦੇ ਨਾਲ ਜੁੜੇ ਹੋਏ ਆ। ਤਾਂ ਉਹਦੇ ਕਰਕੇ ਕੀ ਹੋਇਆ ਕਿ ਇੱਕ ਚੇਨ ਦੇ ਵਿੱਚ ਸਾਰਾ ਕੰਮ ਹੋ ਗਿਆ ਬਈ ਵੱਡੀਆਂ ਕੰਪਨੀਆਂ ਬਚ ਗਈਆਂ, ਛੋਟੀਆਂ ਕੰਪਨੀਆਂ ਜਿਹੜੀਆਂ ਵੱਡੀਆਂ ਨੂੰ ਸਮਾਨ ਦੇ ਰਹੀਆਂ ਸੀ ਉਹ ਬਚ ਗਈਆਂ। ਲੋਕਾਂ ਦੀ ਜਿਹੜੀ ਨੌਕਰੀਆਂ ਸੀ ਉਹ ਸਿਰਫ ਕੁਝ ਸੈਕਟਰਸ ਦੇ ਵਿੱਚ ਜਾਂ ਉਹਨਾਂ ਇੰਡਸਟਰੀਜ਼ ਦੇ ਵਿੱਚ ਛੋਟੇ ਸੈਕਟਰ ਤੇ ਰਹਿ ਗਈਆਂ। ਵੱਡੇ ਲੈਵਲ ਤੇ ਜਿਹੜਾ ਇਨਫਾਰਮਲ ਸੈਕਟਰ ਹੈ ਉਹਨੂੰ ਜਿਹੜਾ ਨੁਕਸਾਨ ਹੋਇਆ, ਚਾਹੇ ਉਹ ਡੀਮੋਨੇਟਾਈਜੇਸ਼ਨ ਦਾ ਹੋਇਆ, ਚਾਹੇ ਉਹ ਜੀਐਸਟੀ ਦਾ ਹੋਇਆ, ਚਾਹੇ ਉਹ ਲਾਕਡਾਊਨ ਦਾ ਹੋਇਆ, ਉਹਦੀ ਭਰਪਾਈ ਨਹੀਂ ਹੋਈ। ਉਹਦੀ ਭਰਪਾਈ ਕਰਨ ਦੀ ਲੋੜ ਹੈ। ਜਦ ਤੱਕ ਉਹ ਭਰਪਾਈ ਨਹੀਂ ਹੋਏਗੀ ਤਦ ਤੱਕ ਨਵੀਆਂ ਨੌਕਰੀਆਂ ਅਸੀਂ ਨਹੀਂ ਸੋਚ ਸਕਦੇ। ਤਦ ਤੱਕ ਲੋਕ ਜਿਹੜੇ ਨੇ, ਜਿਹੜੇ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਵੱਲ ਆਏ ਸੀਗੇ, ਜੋ ਕਿ ਲਾਕਡਾਊਨ ਵੇਲੇ ਸ਼ਹਿਰਾਂ ਤੋਂ ਮੁੜ ਕੇ ਪ੍ਰਵਾਸ ਕਰ ਗਏ ਪਿੰਡਾਂ ਵੱਲ, ਉਹ ਮਨਰੇਗਾ ਦੇ ਵਿੱਚ ਹੀ ਜ਼ੋਰ ਪਾਉਣਗੇ ਔਰ ਮਨਰੇਗਾ ਦੇ ਉੱਤੇ ਜ਼ੋਰ ਰਹੇਗਾ, ਅਦਰਵਾਈਜ਼ ਬੇਰੁਜ਼ਗਾਰੀ ਵਧੀ ਰਹੇਗੀ।
ਯੈਸ ਐਗਜ਼ੈਕਟਲੀ, ਬਹੁਤ ਕੰਪਲਿਕੇਟਡ ਜਿਹਾ ਮੈਟਰ ਹੋ ਚੁੱਕਾ ਹੈ ਔਰ ਇਹਦੇ ਵਿੱਚੋਂ ਕਿੱਦਾਂ ਨਿਕਲਣਾ ਹੈ ਵਾਕਈ ਹੀ ਦਿਮਾਗ ਨੂੰ ਬਹੁਤ ਜ਼ਿਆਦਾ ਪ੍ਰੈਸ਼ਰਾਈਜ਼ ਕਰਨ ਦੀ ਜ਼ਰੂਰਤ ਹੈ ਤਾਂ ਜਾ ਕੇ ਕੁਝ ਰਸਤੇ ਨਿਕਲਣਗੇ। ਸੋ ਸੋਸਾਇਟੀ ਦੋ ਹਿੱਸਿਆਂ 'ਚ ਹੁੰਦੀ ਹੈ। ਤੀਸਰੀ ਹਿੱਸਾ ਮਿਡਲ ਕਲਾਸ, ਇੱਕ ਹੁੰਦੇ ਨੇ ਹੈਵਸ, ਇੱਕ ਹੈਵ ਨੋਟਸ। ਜੇ ਮਿਡਲ ਕਲਾਸ ਨਾ ਹੋਵੇ ਤਾਂ ਹੋ ਸਕਦਾ ਹੈ ਟਕਰਾਓ ਪੈਦਾ ਹੋ ਜਾਵੇ। ਸੋ ਮਿਡਲ ਕਲਾਸ ਬਹੁਤ ਜ਼ਿਆਦਾ ਜ਼ਰੂਰੀ ਹੈ ਜੋ ਟਕਰਾਓ ਪੈਦਾ ਨਹੀਂ ਹੋਣ ਦਿੰਦੀ। ਪਰ ਮਿਡਲ ਕਲਾਸ ਦੇ ਵਿੱਚ ਵੀ ਦੋ ਸੈਕਸ਼ਨਸ ਹੈਵ ਐਂਡ ਹੈਵ ਨੋਟਸ ਬਣ ਜਾਂਦੇ ਨੇ, ਅਪਰ ਮਿਡਲ ਕਲਾਸ ਐਂਡ ਲੋਅਰ ਮਿਡਲ ਕਲਾਸ। ਤਾਂ ਗੱਲ ਮੁੱਕਦੀ ਹੈ ਹੈਵਸ ਐਂਡ ਹੈਵ ਨੋਟਸ 'ਤੇ। ਸੋ ਮੈਂ ਇਹ ਮੰਨਦਾ ਕਿ ਜਿਹੜੇ ਹੈਵਸ ਨੇ ਉਹ ਨੇ ਜਿਨ੍ਹਾਂ ਦੇ ਵਿੱਚ ਇਨਸਾਨੀਅਤ ਹੈ, ਹੈਵ ਨੋਟਸ ਉਹ ਨੇ ਜਿਨ੍ਹਾਂ ਦੇ ਵਿੱਚ ਇਨਸਾਨੀਅਤ ਨਹੀਂ ਹੈ। ਪਰ ਇਕਨੋਮਿਕਲੀ ਦੇਖੋ, ਹੈਵਸ ਉਹ ਨੇ ਜਿਨ੍ਹਾਂ ਕੋਲ ਪੈਸਾ ਹੈ ਔਰ ਹੈਵ ਨੋਟਸ ਉਹ ਨੇ ਜਿਹੜੇ ਗਰੀਬ ਨੇ। ਸੋ ਇੱਕ ਬੇਸਿਕ ਲਾਈਨ ਇਹ ਹੈ ਕਿ ਰਾਜੀਵ ਜੀ, ਜਿਸ ਮੁਲਕ ਦੇ ਵਿੱਚ ਵੱਡੇ ਵੱਡੇ ਮਹਿਲ ਹੋਣਗੇ ਉੱਥੇ ਵੱਡੀਆਂ ਵੱਡੀਆਂ ਝੌਂਪੜੀਆਂ ਵੀ ਹੋਣਗੀਆਂ, ਸਲਮ ਏਰੀਆਜ਼ ਵੀ ਜ਼ਰੂਰ ਹੋਣਗੇ, ਕਿਉਂਕਿ ਪੈਸੇ ਦੀ ਵੰਡ ਠੀਕ ਤਰੀਕੇ ਨਾਲ ਨਹੀਂ ਹੋ ਸਕੀ। ਸੋ ਉਸ ਦਾ ਨਤੀਜਾ ਇਹ ਹੈ ਕਿ ਸਾਡੇ ਗੌਤਮ ਅਡਾਨੀ ਸਾਹਿਬ ਅੱਜ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਆਦਮੀ ਬਣ ਚੁੱਕੇ ਨੇ ਭਾਰਤ ਦੇ। ਔਰ ਭਾਰਤ ਦੇ ਵਿੱਚ ਜੋ ਹਾਲਾਤ ਨੇ ਉਹ ਸਾਡੇ ਸਾਹਮਣੇ ਨੇ, ਤੁਸੀਂ ਡਿਸਕਸ ਕਰ ਰਹੇ ਹੋ। ਫਿਰ ਇਹ ਅਡਾਨੀ ਸਾਹਿਬ ਦੇ ਕੋਲ ਕਿਹੜਾ ਇਹ ਮੈਜਿਕ ਲੈਂਪ ਹੈ, ਅਲਾਦੀਨ ਦਾ ਚਿਰਾਗ ਹੈ ਕਿ ਉਹ ਦਿਨੋਂ ਦਿਨ ਅਮੀਰ ਹੁੰਦੇ ਜਾ ਰਹੇ ਨੇ, ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰ ਰਹੇ ਨੇ ਤੇ ਦੁਨੀਆ ਦੇ ਦੂਸਰੇ ਨੰਬਰ ਦੇ ਅਮੀਰ ਬਣ ਚੁੱਕੇ ਨੇ। ਕਿਹੜਾ ਮੈਜਿਕ ਲੈਂਪ ਹੈ ਉਹਨਾਂ ਕੋਲ? ਦੇਖੋ ਜੀ, ਲੋਕਡਾਊਨ ਤੋਂ ਬਾਅਦ ਜਾਂ ਇਸ ਤੋਂ ਪਹਿਲਾਂ GST ਔਰ ਡੀਮੋਨੇਟਾਈਜੇਸ਼ਨ ਦੀ ਮੈਂ ਜਿਹੜੀ ਗੱਲ ਕੀਤੀ ਹੈ, ਇਹਨਾਂ ਦੋਨਾਂ ਤਿੰਨਾਂ ਜਿਹੜੇ ਇਹ ਪਾਲਿਸੀਜ਼ ਆਈਆਂ ਨੇ, ਇਹਨਾਂ ਨੂੰ ਪਾਲਿਸੀ ਨਾ ਕਹੀਏ, ਅਸੀਂ ਇੰਟਰਪਸ਼ਨ ਕਹਿ ਦਈਏ ਜਾਂ ਡਿਸਰਪਸ਼ਨ ਕਹਿ ਦਈਏ। ਜਿਸ ਤਰੀਕੇ ਦੀਆਂ ਡਿਸਰਪਸ਼ਨਸ ਆਈਆਂ ਨੇ ਅਰਥਚਾਰੇ ਦੇ ਵਿੱਚ ਰਾਤੋਂ ਰਾਤ, ਜਿੱਦਾਂ ਇਹਨਾਂ ਨੂੰ ਇੰਟਰੋਡਿਊਸ ਕੀਤਾ ਗਿਆ, ਉਹਦੇ ਨਾਲ ਕੀ ਹੋਇਆ ਕਿ ਖੰਨਾ ਸਾਹਿਬ ਖਾਸ ਕਰਕੇ ਲੋਕਡਾਊਨ ਤੋਂ ਬਾਅਦ ਜਿਹੜੀਆਂ ਕੰਪਨੀਜ਼ ਜਿਨ੍ਹਾਂ ਦੇ ਕੋਲ ਪੈਸਾ ਸੀ, ਜੋ 3-4 ਮਹੀਨੇ ਕਰਜ਼ਿਆਂ ਦੇ ਉੱਤੇ ਕੰਮ ਕਰ ਸਕਦੀ ਸੀ, ਜਾਂ ਜਿਨ੍ਹਾਂ ਕੋਲ ਰਿਜ਼ਰਵ ਸੀਗਾ ਜਿਹੜਾ ਆਪਣੇ ਕਾਰੀਗਰਾਂ ਨੂੰ ਪੈਸਾ ਦੇ ਸਕਦੀ, ਕਿਉਂਕਿ ਸਭ ਤੋਂ ਜ਼ਿਆਦਾ ਜਾਂ ਤਾਂ ਮਾਲ ਦਾ ਹੁੰਦਾ ਖਰਚਾ ਜਾਂ ਕਾਰੀਗਰਾਂ ਦਾ ਖਰਚਾ ਹੁੰਦਾ ਇੱਕ ਆਰਗੇਨਾਈਜੇਸ਼ਨ ਦੇ ਵਿੱਚ, ਇੱਕ ਕੰਪਨੀ ਦੇ ਵਿੱਚ। ਔਰ ਮਾਲ ਔਰ ਕਾਰੀਗਰਾਂ ਦੇ ਵਿੱਚੋਂ ਵੀ ਕਾਰੀਗਰ ਦਾ ਪੈਸਾ ਜ਼ਿਆਦਾ ਹੁੰਦਾ, ਲੇਬਰ ਦਾ ਪੈਸਾ ਜ਼ਿਆਦਾ ਹੁੰਦਾ। ਜਿਹੜੀਆਂ ਆਰਗੇਨਾਈਜੇਸ਼ਨਸ ਦੇ ਕੋਲ ਉਸ ਵੇਲੇ ਰਿਜ਼ਰਵ ਸੀਗੇ 3-4 ਮਹੀਨੇ ਦਾ, ਉਹ ਤਾਂ ਬਚ ਗਈਆਂ। ਬਾਕੀ ਜਿਹੜੀਆਂ ਆਰਗੇਨਾਈਜੇਸ਼ਨ ਛੋਟੇ ਲੈਵਲ ਤੇ ਜਿਨ੍ਹਾਂ ਦੀ ਹੈਂਡ ਟੂ ਮਾਊਥ ਨੇ, ਜਿਨ੍ਹਾਂ ਨੇ ਕਰਜ਼ੇ ਜਿਹੜੇ ਅੱਜ ਪੈਸਾ ਕਮਾ ਕੇ ਤੇ ਕੱਲ ਨੂੰ ਕੱਚਾ ਮਾਲ ਜਿਹੜਾ ਸਮਾਨ ਲੈ ਕੇ ਆਉਣਾ, ਫਿਰ ਅੱਜ ਬਣਾਉਣਾ, ਫਿਰ ਕੱਲ ਨੂੰ ਲੈ ਕੇ ਆਉਣਾ, ਸ਼ਾਮ ਨੂੰ ਪੈਸੇ ਕਮਾਉਣੇ, ਉਹ ਆਰਗੇਨਾਈਜੇਸ਼ਨਸ ਤਬਾਹ ਹੋਈਆਂ ਨੇ। ਉਹ ਹੁਣ ਇਹ ਆਰਗੇਨਾਈਜੇਸ਼ਨਸ ਜਦੋਂ ਤਬਾਹ ਹੋਈਆਂ ਤਾਂ ਜਿਹੜੇ ਲੋਕ ਇਹਨਾਂ ਦੇ ਨਾਲ ਸੀ, ਮੈਂ ਇੱਕ ਐਗਜ਼ਾਮਪਲ ਦੇ ਤੌਰ ਤੇ ਦੱਸ ਦਿੰਦਾ। ਇਹ ਜੇ ਉਦਾਹਰਨ ਆਪਾਂ ਦੇਖੀਏ, ਕੋਈ ਰੇਹੜੀ ਵਾਲਾ ਬੰਦਾ ਸੀਗਾ, ਕੋਈ ਰੇਹੜੀ ਲਾਉਂਦਾ ਸੀ, ਗੋਲ ਗੱਪੇ ਖਵਾਉਂਦਾ ਸੀ ਜਾਂ ਕੁਲਚੇ ਖਵਾਉਂਦਾ ਸੀ ਜਾਂ ਆਈਸਕ੍ਰੀਮ ਵੇਚਦਾ ਸੀ, ਉਹਦੇ ਨਾਲ ਇੱਕ ਲਾਜ਼ਮੀ ਤੌਰ ਤੇ ਇੱਕ ਬੰਦਾ ਹੋਰ ਹੁੰਦਾ, ਘੱਟੋ ਘੱਟ ਵੀ ਇਹ 2 ਬੰਦੇ ਹੁੰਦੇ ਨੇ। ਹੁਣ ਜਦੋਂ ਰੇਹੜੀ ਜਿਹੜੀ ਹੈ ਉਹਦਾ ਕੰਮ ਨਹੀਂ ਚੱਲਿਆ, ਲੋਕਡਾਊਨ ਹੋ ਗਿਆ, ਉਹ ਰੇਹੜੀ ਖਤਮ ਹੋ ਗਈ, ਚਾਹੇ ਉਹ ਗੋਲ ਗੱਪੇ ਦੀ ਹੈ, ਚਾਹੇ ਉਹ ਇਹਦੀ ਕੁਲਚਿਆਂ ਦੀ ਹੈ, ਜਿਹੜੀ ਵੀ ਰੇਹੜੀ ਸੀ ਉਹ ਉਹਦੀ ਖਤਮ ਹੋ ਗਿਆ ਉਹਦਾ ਕੰਮ। ਜਦੋਂ ਉਹ ਕੰਮ ਖਤਮ ਹੋਇਆ, ਉਹ ਵਿਹਲਾ ਹੋ ਗਿਆ, ਉਹਦੇ ਕੋਲ ਪੈਸਾ ਹੈ ਨਹੀਂ ਸੀ ਅਗਲੇ ਦਿਨ ਦੇ ਲਈ ਸਮਾਨ ਖਰੀਦਣ ਦੇ ਲਈ। ਲੇਕਿਨ ਵੱਡੀਆਂ ਆਰਗੇਨਾਈਜੇਸ਼ਨਸ ਦੇ ਕੋਲ 2-2 3-3 ਮਹੀਨੇ ਦੇ ਲਈ ਇੰਨਾ ਕੁ ਰਿਜ਼ਰਵ ਸੀਗਾ। ਉਹਦੇ ਨਾਲ ਅਲਟੀਮੇਟਲੀ ਕੀ ਹੋਇਆ ਕਿ ਰੀਡਿਸਟ੍ਰੀਬਿਊਸ਼ਨ ਹੋ ਗਈ ਕੰਮ ਦੀ। ਇਹ ਲੋਕ ਜਿਹੜੇ ਆ ਵਾਪਸ ਪ੍ਰਵਾਸ ਕਰ ਗਏ ਪਿੰਡਾਂ ਵੱਲ, ਜਿਹਨੇ ਰੋਜ਼ਗਾਰ ਖਤਮ ਹੋ ਗਏ, ਜਾਂ ਜਿਹੜੇ ਸੈਲਫ ਇੰਪਲੋਇਡ ਸੀਗੇ, ਜਾਂ ਜਿਹੜੇ ਇਹਨਾਂ ਨੇ ਕਾਰੀਗਰ ਰੱਖੇ ਹੋਏ ਸੀ, ਉਹ ਵਾਪਸ ਪਿੰਡਾਂ ਵੱਲ ਪ੍ਰਵਾਸ ਕਰ ਗਏ। ਐਂਡ ਸੇਮ ਫॉर MSME ਸੈਕਟਰ, ਜਿਹੜਾ ਮਾਈਕਰੋ ਸਮਾਲ ਐਂਡ ਮੀਡੀਅਮ ਐਂਟਰਪ੍ਰਾਈਜ਼ਸ ਹਿੰਦੁਸਤਾਨ ਦੇ ਵਿੱਚ ਜਿੰਨੀਆਂ ਵੀ ਨੇ, ਉਹਨਾਂ ਨੂੰ ਇਹਦਾ ਸੈਟਬੈਕ ਲੱਗਾ। ਵੱਡੀਆਂ ਆਰਗੇਨਾਈਜੇਸ਼ਨਸ ਦੇ ਕੋਲ ਕਿਉਂਕਿ ਪੈਸਾ ਸੀਗਾ, ਉਹ ਸਸਟੇਨ ਕਰ ਗਈਆਂ, ਜਾਂ ਉਹਦੇ ਨਾਲ ਜਿਹੜੀਆਂ ਆਰਗੇਨਾਈਜੇਸ਼ਨ ਜਿਨ੍ਹਾਂ ਤੋਂ ਸਮਾਨ ਖਰੀਦਦੇ ਸੀ, ਕੱਚਾ ਸਮਾਨ ਖਰੀਦਦੇ ਸੀਗੇ, ਉਹ ਵੀ ਸਸਟੇਨ ਕੁਛ ਹੱਦ ਤੱਕ ਕਰ ਗਈਆਂ। ਉਹ ਸਰਕਾਰਾਂ ਦੀ ਮਿਹਰਬਾਨੀ ਹੋ ਗਈ, ਉਹਦੇ ਕਰਕੇ ਸਸਟੇਨ ਕਰ ਗਈ। ਇਹਦੇ ਨਾਲ ਅਲਟੀਮੇਟਲੀ ਕੀ ਹੋਇਆ ਖੰਨਾ ਸਾਹਿਬ, ਕਿ ਇੱਕ ਅੰਗਰੇਜ਼ੀ ਦਾ ਅਸੀਂ ਅੱਖਰ ਹੈਗਾ ਜੀ, ਉਹਨੂੰ ਕਹਿੰਦੇ ਕੇ। ਉਹ ਕੇ ਵਾਲਾ ਜਿਹੜਾ ਹੈ, ਇੱਕ ਕੇ ਸ਼ੇਪ ਇਕਨੋਮੀ ਜਿਹੜੀ ਹੈ ਸਾਡੇ ਸਾਹਮਣੇ ਬਣ ਗਈ। ਉੱਪਰ ਵਾਲਾ ਬੰਦਾ ਤਾਂ ਹੋਰ ਉੱਪਰ ਅਮੀਰ ਹੋਈ ਜਾ ਰਿਹਾ, ਉੱਪਰਲਾ ਡੱਡਾ ਕੇ ਦਾ, ਉਹ ਹੋਰ ਅਮੀਰ ਹੁੰਦਾ ਜਾ ਰਿਹਾ। ਜਿਹੜਾ ਥੱਲੜਾ ਵਾਲਾ ਉਹ ਹੋਰ ਗਰੀਬ ਹੁੰਦਾ ਜਾ ਰਿਹਾ। ਹੁਣ ਦੇਖੋ, GDP 13.5% ਹਿੰਦੁਸਤਾਨ ਦੀ, ਸਰਕਾਰ ਉਹਨੂੰ ਕਲੇਮ ਕਰਦੀ ਹੈ ਵੀ ਅਸੀਂ ਟੌਪ ਦੇ ਵਿੱਚ ਆ ਗਏ, ਵਰਲਡ ਦੇ ਵਿੱਚ ਸਭ ਤੋਂ ਤੇਜ਼ ਵਧਣ ਵਾਲੀ ਅਰਥਵਿਵਸਥਾ। ਅਦਾਨੀ ਸਾਹਿਬ ਦੂਜੇ ਨੰਬਰ ਦੇ ਸਭ ਤੋਂ ਅਮੀਰ ਸ਼ਖਸ ਹੋ ਗਏ ਨੇ ਦੁਨੀਆ ਦੇ ਵਿੱਚ।
ਲੇਕਿਨ ਇਹਦੇ ਨਾਲ ਇੱਕ ਡਾਟਾ ਹੋਰ ਵੀ ਆਇਆ ਜਿਹਦੀ ਚਰਚਾ ਨਹੀਂ ਹੋਈ। ਉਹ ਆਇਆ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦਾ। ਉਹ ਡਾਟਾ ਕਹਿੰਦਾ ਹੈ ਜੀ, ਜਿਹੜਾ ਮਜ਼ਦੂਰ ਲੋਕ ਨੇ, ਜਿਹੜੇ ਮਜ਼ਦੂਰੀ ਕਰਦੇ ਸੀ, ਡੇਲੀ ਵੇਜਰਸ, ਜਿਹੜੇ ਦਿਹਾੜੀਦਾਰ ਜਿਹੜੇ ਨੇ, ਉਹਨਾਂ ਦੀ ਖੁਦਕੁਸ਼ੀਆਂ ਦੀ ਸੰਖਿਆ ਵੱਧ ਗਈ ਹੈ। 2021 ਦੇ ਵਿੱਚ ਟੋਟਲ 1,60,000 ਖੁਦਕੁਸ਼ੀਆਂ ਦੇ ਕੇਸ ਸਾਹਮਣੇ ਆਏ ਨੇ ਸਰਕਾਰਾਂ ਦੇ ਕੋਲ, ਜਿਹੜੀਆਂ ਰਿਪੋਰਟ ਹੋਈਆਂ ਨੇ। ਉਹਦੇ ਚੋਂ 25% ਯਾਨੀ 40 ਤੋਂ 44,000 ਜਿਹੜੇ ਹੈ ਖੁਦਕੁਸ਼ੀਆਂ ਦੇ ਕੇਸ ਜਿਹੜੇ ਨੇ ਉਹ ਡੇਲੀ ਵੇਜਰਸ ਤੇ। ਇਹਦਾ ਮਤਲਬ ਹੈ ਵੀ ਹਰ 4 ਜਿਹੜੀਆਂ ਖੁਦਕੁਸ਼ੀਆਂ ਹੋ ਰਹੀਆਂ ਨੇ ਉਹਦੇ ਮਗਰ ਇੱਕ ਬੰਦਾ ਜਿਹੜਾ ਹੈ ਉਹ ਮਜ਼ਦੂਰ ਹੈ ਜਿਹੜਾ ਖੁਦਕੁਸ਼ੀ ਕਰ ਰਿਹਾ। ਉਹਦੇ 'ਚ ਕਿਸਾਨ ਵੀ ਹੈ, ਉਹਦੇ 'ਚ ਹੋਰ ਲੋਕ ਵੀ ਨੇ, ਲੇਕਿਨ ਉਹ ਸਭ ਤੋਂ ਜ਼ਿਆਦਾ ਜਿਹੜੀ ਤਾਦਾਦ ਹੈ ਹੁਣ ਉਹ ਮਜ਼ਦੂਰਾਂ ਦੀ ਹੈ। ਇਹੀ ਜਿਹੜਾ ਨੰਬਰ ਸੀ, ਇਹ ਨੰਬਰ ਕੁਝ ਸਾਲ ਪਹਿਲਾਂ 12% ਹੁੰਦਾ ਸੀਗਾ। ਟੋਟਲ ਖੁਦਕੁਸ਼ੀਆਂ ਦੇ ਵਿੱਚ ਮਜ਼ਦੂਰਾਂ ਦਾ ਖੁਦਕੁਸ਼ੀ ਕਰਨ ਦਾ ਨੰਬਰ ਜਿਹੜਾ ਸੀ ਉਹ 12% ਸੀ, ਯਾਨੀ 8 ਦੇ ਵਿੱਚੋਂ ਇੱਕ ਬੰਦਾ ਕਰਦਾ ਸੀ। ਹੁਣ 4 ਦੇ ਵਿੱਚੋਂ ਇੱਕ ਬੰਦਾ ਜਿਹੜਾ ਹੈ ਉਹ ਖੁਦਕੁਸ਼ੀ ਕਰਨ ਲੱਗ ਗਿਆ। ਇਹ ਕਲੀਅਰਲੀ ਸ਼ੋ ਕਰਦਾ ਵੀ ਅਮੀਰ ਹੋਰ ਅਮੀਰ ਹੋਈ ਜਾ ਰਿਹਾ, ਗਰੀਬ ਜਿਹੜਾ ਹੋਰ ਗਰੀਬ, ਉਹ ਪਾੜਾ ਜਿਹੜਾ ਲਗਾਤਾਰ ਵੱਧਦਾ ਜਾ ਰਿਹਾ। ਸੋ ਮਹਿੰਗਾਈ ਦਾ ਡਾਇਰੈਕਟ ਰਿਲੇਸ਼ਨ ਹੁੰਦਾ ਫੋਰਨ ਰਿਜ਼ਰਵ ਸਾਡੇ ਕੋਲ ਕਿੰਨੇ ਨੇ, ਕਿਉਂਕਿ ਸਾਡਾ ਪੈਸਾ, ਸਾਡਾ ਰੁਪਈਆ ਡਾਲਰ ਦੇ ਮੁਕਾਬਲੇ ਬਹੁਤ ਟੁੱਟਦਾ ਜਾ ਰਿਹਾ, ਅਸੀਂ ਸਾਰੇ ਦੇਖਦੇ ਪਏ ਹਾਂ। ਕੁਝ ਰੇਟ ਆਫ ਇੰਟਰਸਟ ਦਾ ਵੀ ਚੱਕਰ ਪੈ ਰਿਹਾ ਕਿ ਅਮਰੀਕਨ ਗਵਰਨਮੈਂਟ ਨੇ ਸ਼ਾਇਦ 0.75% ਵਧਾ ਦਿੱਤਾ ਹੈ ਆਪਣਾ ਰੇਟ ਆਫ ਇੰਟਰਸਟ। ਇਸ ਕਰਕੇ ਇੱਧਰ ਫੋਰਨ ਰਿਜ਼ਰਵ ਨੂੰ ਵੀ ਝਟਕਾ ਪੈਣ ਦੀ ਜੋ ਹੈ ਕਹਿ ਸਕਦੇ ਹਾਂ ਕਿ ਰਿਸਕ ਪੈਦਾ ਹੋ ਚੁੱਕਾ ਹੈ ਕਿ ਗਵਰਨਮੈਂਟ ਆਫ ਇੰਡੀਆ ਕੀ ਕਰੇਗੀ ਜੇ ਇੱਧਰੋਂ ਫੋਰਨ ਰਿਜ਼ਰਵ ਖਿੱਚ ਲਿਆ ਗਿਆ। ਸੋ ਇਸ ਵਕਤ ਇਹ ਕੀ ਪੋਜੀਸ਼ਨ, ਕੀ ਹਾਲਤ ਬਣੇ ਹੋਏ ਨੇ ਫੋਰਨ ਰਿਜ਼ਰਵ ਨੂੰ ਲੈ ਕੇ? ਫੋਰਨ ਰਿਜ਼ਰਵ ਸਾਡਾ ਜੋ ਲੇਟੈਸਟ ਅੰਕੜਾ ਆਇਆ ਉਹ ਕਹਿੰਦਾ ਜੀ ਸਾਡੇ ਕੋਲ 545 ਬਿਲੀਅਨ ਜਿਹੜਾ ਹੈ ਡਾਲਰ ਜੀ, 1 ਬਿਲੀਅਨ 100 ਕਰੋੜ ਦੇ ਬਰਾਬਰ ਹੁੰਦਾ ਜੀ, ਯਾਨੀ ਕਿ 54,500 ਕਰੋੜ ਡਾਲਰ ਦੀ ਸਾਡੇ ਕੋਲ ਫੋਰਨ ਐਕਸਚੇਂਜ ਪਈ ਹੈ ਜੀ। ਲੇਕਿਨ ਇਹ ਜਿਹੜਾ ਨੰਬਰ ਹੈ ਜਦੋਂ ਅਸੀਂ ਦੇਖਦੇ ਹਾਂ ਇਹ ਲਗਾਤਾਰ ਘਟ ਰਿਹਾ। ਇਹ ਨੰਬਰ ਜਿਹੜਾ ਮੈਂ ਤੁਹਾਨੂੰ ਦਿੱਤਾ ਇਹ 9 ਸਤੰਬਰ ਦਾ ਦਿੱਤਾ, 9 ਸਤੰਬਰ ਤੱਕ ਦਾ ਅੰਕੜਾ ਜਿਹੜਾ ਸਾਡੇ ਸਾਹਮਣੇ ਆਇਆ। ਹੁਣ ਗੱਲ ਏਦਾਂ ਹੈ ਬਈ ਕੁਝ ਚਿਰ ਪਹਿਲਾਂ ਫਰਵਰੀ ਤੋਂ ਆਪਾਂ ਲਾ ਲਈਏ, ਫਰਵਰੀ ਦੇ ਵਿੱਚ ਇਸੇ ਸਾਲ ਦੇ ਵਿੱਚ ਸਾਡੇ ਕੋਲ ਇਹ ਨੰਬਰ ਜਿਹੜਾ ਸੀ 630 ਜਾਂ 633 ਬਿਲੀਅਨ ਡਾਲਰ ਸੀ, ਯਾਨੀ ਕਿ ਅਸੀਂ ਤਕਰੀਬਨ 80 ਤੋਂ 90 ਡਾਲਰ ਜਿਹੜਾ ਹੈ 90 ਬਿਲੀਅਨ ਡਾਲਰ ਜਿਹੜਾ ਹੈ ਥੱਲੇ ਆ ਚੁੱਕੇ ਹਾਂ। ਹੁਣ ਇਹ ਕਾਰਨ ਕੀ ਹੈ? ਕਿਉਂਕਿ ਜਦੋਂ ਵੀ ਰੁਪਈਆ ਗਿਰਦਾ ਹੈ ਉਹਦਾ 2 ਜਗ੍ਹਾ ਤੇ ਅਸਰ ਪੈਂਦਾ ਹੈ। ਇੱਕ ਤਾਂ ਸਾਨੂੰ ਪੈਟਰੋਲ ਡੀਜ਼ਲ ਜਿਹੜਾ ਹੈ ਉਹ ਜ਼ਿਆਦਾ ਜਿਹੜਾ ਅਸੀਂ ਖਰੀਦ ਉਹਦੀ ਜ਼ਿਆਦਾ ਜਿੰਨਾ ਵੀ ਇੰਪੋਰਟ ਹੈ, ਪੈਟਰੋਲ ਹੋ ਗਿਆ, ਡੀਜ਼ਲ ਹੋ ਗਿਆ, ਕੋਲਾ ਹੋ ਗਿਆ, ਫਰਟੀਲਾਈਜ਼ਰ ਹੋ ਗਿਆ, ਸਟੀਲ ਹੋ ਗਿਆ, ਲੋਹਾ ਹੋ ਗਿਆ, ਅਸੀਂ ਇਹ ਚੀਜ਼ਾਂ ਜਿਹੜੀਆਂ ਅਸੀਂ ਆਯਾਤ ਕਰਦੇ ਹਾਂ, ਬਾਹਰੋਂ ਮੰਗਾਉਂਦੇ ਹਾਂ, ਇਹਦੇ ਲਈ ਸਾਨੂੰ ਪੈਸਾ ਜ਼ਿਆਦਾ ਰਿਲੀਜ਼ ਕਰਨਾ ਪੈਂਦਾ, ਜ਼ਿਆਦਾ ਪੈਸੇ ਦੀ ਪੇਮੈਂਟ ਕਰਨੀ ਪੈਂਦੀ ਹੈ। ਦੂਜੀ ਚੀਜ਼ ਜਿਹੜੀ ਹੈ, ਜਦੋਂ ਸਾਡਾ ਰੁਪਈਆ ਗਿਰ ਜਾਂਦਾ ਔਰ ਖਾਸ ਕਰਕੇ ਜਦੋਂ ਡਾਲਰ ਵੱਧਦਾ ਰੁਪਈਆ ਗਿਰਦਾ, ਤਾਂ ਜਿਹੜਾ ਨਿਵੇਸ਼ਕ ਹੈ, ਜਿਹੜੇ ਬਾਹਰੋਂ ਪੈਸਾ ਜਿਨ੍ਹਾਂ ਨੇ ਹਿੰਦੁਸਤਾਨ ਦੇ ਵਿੱਚ ਲਾਉਣਾ ਹੈ, ਸ਼ੇਅਰ ਮਾਰਕੀਟ ਦੇ ਵਿੱਚ ਲਾਉਣਾ ਹੈ ਜਾਂ ਬੈਂਕਾਂ ਦੇ ਵਿੱਚ ਰੱਖਣਾ ਹੈ, ਉਹ ਲੋਕ ਜਿਹੜੇ ਨੇ ਉਹ ਪੈਸਾ ਹਿੰਦੁਸਤਾਨ ਦੇ ਵਿੱਚੋਂ ਤਬਦੀਲ ਕਰ ਦਿੰਦੇ ਨੇ, ਇੱਥੋਂ ਚੁੱਕ ਕੇ ਬਾਹਰ ਲਾ ਦਿੰਦੇ ਨੇ, ਆਪਣੇ ਮੁਲਕਾਂ ਦੇ ਵਿੱਚ ਲਾ ਦਿੰਦੇ ਉੱਥੇ, ਕਿਉਂਕਿ ਵਿਆਜ ਹੁਣ ਵੱਧ ਮਿਲਣਾ ਸ਼ੁਰੂ ਹੋ ਗਿਆ। ਉਹ ਹਿੰਦੁਸਤਾਨ ਦੇ ਵਿੱਚ ਕਿਉਂ ਲਾਣਗੇ? ਖੰਨਾ ਸਾਹਿਬ, ਤੁਸੀਂ ਜਾਂ ਮੈਂ ਨੇਪਾਲ ਦੇ ਵਿੱਚ ਪੈਸਾ ਕਿਉਂ ਲਾਵਾਂਗੇ ਜਦੋਂ ਸਾਨੂੰ ਹਿੰਦੁਸਤਾਨ ਦੇ ਵਿੱਚ ਠੀਕ ਵਿਆਜ ਮਿਲ ਰਿਹਾ? ਅਸੀਂ ਨੇਪਾਲ, ਪਾਕਿਸਤਾਨ ਜਾਂ ਬੰਗਲਾਦੇਸ਼ ਦੇ ਵਿੱਚ ਪੈਸਾ ਨਹੀਂ ਲਾਵਾਂਗੇ, ਉਹ ਰਿਸਕ ਅਸੀਂ ਨਹੀਂ ਲਵਾਂਗੇ। ਉਹ ਰਿਸਕ ਅਸੀਂ ਉਦੋਂ ਲੈ ਸਕਦੇ ਹਾਂ ਜਦੋਂ ਸਾਨੂੰ ਆਪਣੇ ਮੁਲਕ ਦੇ ਵਿੱਚ ਵਿਆਜ ਘੱਟ ਮਿਲ ਰਿਹਾ ਹੋਵੇ। ਹੁਣ ਅਮਰੀਕਾ ਦੇ ਵਿੱਚ ਵਿਆਜ ਜਿਹੜਾ, ਜਿੱਦਾਂ ਤੁਸੀਂ ਗੱਲ ਕੀਤੀ ਹੈ 0.75%, ਪਰਸੋਂ 0.75% ਵਧਿਆ ਹੈਗਾ, ਯੂਐਸ ਫੈਡ ਨੇ ਵਧਾਤਾ। ਟੋਟਲ ਜਿਹੜਾ ਹੈਗਾ 3.25% ਤੇ ਵਿਆਜ ਪਹੁੰਚ ਗਿਆ, ਜੋ ਕਿ ਹਜੇ ਜੇ ਆਪਾਂ ਦੇਖੀਏ ਵੀ ਸਾਲ ਕੁ ਪਹਿਲਾਂ 0.25% ਹੁੰਦਾ ਸੀ। ਅੱਜ ਉਹਨਾਂ ਨੂੰ 3.25% ਵਿਆਜ ਮਿਲਣਾ ਸ਼ੁਰੂ ਹੋ ਗਿਆ ਆਪਣੇ ਮੁਲਕ ਦੇ ਵਿੱਚ। ਉਹ ਪੈਸਾ ਹਿੰਦੁਸਤਾਨ 'ਚ ਕਿਉਂ ਰੱਖਣਗੇ? ਉਹ ਪੈਸਾ ਹਿੰਦੁਸਤਾਨ ਦੇ ਵਿੱਚੋਂ ਦੀ ਕੱਢ ਕੇ ਲੈ ਕੇ ਜਾ ਰਹੇ। ਸੋ ਇਹ 2 ਕਾਰਨ ਹੈ ਜਿਹਦੇ ਕਰਕੇ ਰੁਪਈਏ ਦੇ ਉੱਤੇ ਪੂਰਾ ਪ੍ਰੈਸ਼ਰ ਪਿਆ ਹੋਇਆ। ਪਹਿਲੀ ਗੱਲ, ਜਿਹੜਾ ਸਰਕਾਰ ਜਿਹੜੀ ਹੈ
ਉਹਨੂੰ ਬਾਹਰੋਂ ਦੀ ਆਯਾਤ ਜਦੋਂ ਕਰਨਾ, ਸਮਾਨ ਜਦੋਂ ਕੱਚਾ ਮਾਲ ਖਰੀਦਣਾ ਹੈ ਜਾਂ ਪੱਕੀਆਂ ਚੀਜ਼ਾਂ ਖਰੀਦਣੀ, ਇੰਪੋਰਟਡ ਪ੍ਰੋਡਕਟ ਖਰੀਦਣੀ ਹੈ, ਉਹਦੇ ਤੇ ਪੇਮੈਂਟ ਜ਼ਿਆਦਾ ਕਰਨੀ ਪੈਂਦੀ ਹੈ। ਔਰ ਦੂਸਰੀ ਚੀਜ਼ ਜਿਹੜੀ ਹੈ ਫੋਰਨ ਆਊਟਫਲੋ ਜਿਹੜਾ ਹੈਗਾ ਹਿੰਦੁਸਤਾਨ ਦੇ ਵਿੱਚੋਂ ਦੀ ਜਿਹੜਾ ਫੋਰਨ ਇੰਸਟੀਟਿਊਸ਼ਨਲ ਇਨਵੈਸਟਮੈਂਟ, ਜਿਹੜਾ ਸਟਾਕ ਮਾਰਕੀਟਾਂ ਦੇ ਵਿੱਚੋਂ ਪੈਸਾ ਜਿਹੜਾ ਉਹ ਬਾਹਰ ਜਾ ਰਿਹਾ। राजीव जी, गवर्नमेंट ऑफ इंडिया जो एनालिसिस करेगी, हुन इकोनॉमिस्ट एनालिसिस करेंगे, फॉरेन रिजर्व माइनस ना हो जाए क्योंकि अमेरिका ने अपना रेट ऑफ इंटरस्ट ਵਧਾ ਦਿੱਤਾ ਹੈ, ਤਾਂ ਫੋਰਨ ਰਿਜ਼ਰਵ ਨੂੰ ਬਚਾਉਣ ਵਾਸਤੇ ਇਹ ਵੀ ਹੋ ਸਕਦਾ ਹੈ ਆਪਣਾ ਰੇਟ ਆਫ ਇੰਟਰਸਟ ਇਨਕਰੀਜ਼ ਕਰਨ, ਤਾਂ ਕਿ ਜਿਹੜੇ ਬਾਹਰ ਦੇ ਇਨਵੈਸਟਰਸ ਨੇ ਉਹ ਇੰਡੀਆ 'ਚੋਂ ਪੈਸਾ ਨਾ ਕੱਢਣ, ਇੰਡੀਆ ਦੇ ਵਿੱਚ ਇਨਵੈਸਟਮੈਂਟ ਆਪਣੀ ਬਰਕਰਾਰ ਰੱਖਣ। ਇਨ ਦੈਟ ਕੇਸ ਜੇ ਉਹ ਵਧਾਉਂਦੇ ਨੇ, ਗਵਰਨਮੈਂਟ ਆਫ ਇੰਡੀਆ ਆਪਣਾ ਰੇਟ ਆਫ ਇੰਟਰਸਟ ਵਧਾ ਦਿੰਦੀ ਹੈ ਜੋ ਫੋਰਨ ਰਿਜ਼ਰਵਸ ਨੇ ਉਹਨਾਂ ਦੇ ਇਨਵੈਸਟਰਸ ਵਾਸਤੇ, ਤਾਂ ਉਦੋਂ ਕੀ ਹਾਲਾਤ ਪੈਦਾ ਹੋਣਗੇ? ਕਿਉਂਕਿ ਇੰਡੀਆ ਦੀ ਜੋ ਮਾਰਕੀਟ ਹੈ ਉਹ ਇੰਨੀ ਅੱਛੀ ਤਰ੍ਹਾਂ ਪਰਫਾਰਮ ਨਹੀਂ ਕਰ ਪਾ ਰਹੀ, ਤਾਂ ਫਿਰ ਉਹ ਪੈਸਾ ਕਿੱਦਾਂ ਦੇਣਗੇ ਉਹਨਾਂ ਨੂੰ ਵਧੀਆ ਹੋਇਆ ਰੇਟ ਆਫ ਇੰਟਰਸਟ, ਔਰ ਉਹਦਾ ਇੰਡਾਇਰੈਕਟਲੀ ਫਿਰ ਇੱਕ ਕਾਮਨ ਸਿਟੀਜ਼ਨ ਦੇ ਉੱਤੇ ਬੋਝ ਪੈਣਾ, ਮਹਿੰਗਾਈ ਫਿਰ ਵਧਣੀ ਹੈ, ਕਿਉਂਕਿ ਫੋਰਨ ਰਿਜ਼ਰਵ ਨੂੰ ਬਚਾਉਣ ਵਾਸਤੇ, ਇਨਵੈਸਟਮੈਂਟਸ ਨੂੰ ਬਚਾਉਣ ਵਾਸਤੇ ਜੋ ਫੋਰਨ ਤੋਂ ਆਈਆਂ ਨੇ, ਸਾਨੂੰ ਰੇਟ ਆਫ ਇੰਟਰਸਟ ਵਧਾਉਣਾ ਪੈ ਰਿਹਾ, ਔਰ ਸਾਡੀ ਮਾਰਕੀਟ ਇੰਨੀ ਵਧੀਆ ਪਰਫਾਰਮੈਂਸ ਨਹੀਂ ਕਰ ਰਹੀ ਜੋ ਸਟਾਕ ਮਾਰਕੀਟ ਹੈ, ਸ਼ੇਅਰ ਮਾਰਕੀਟ ਹੈ। ਦੈਨ ਵਾਟ? ਦੇਖੋ ਜੀ ਖੰਨਾ ਸਾਹਿਬ, ਮੈਂ ਤੁਹਾਡਾ ਜਿਹੜਾ ਸਵਾਲ ਹੈ ਇਹਦੀਆਂ ਇਹ ਜਿਹੜਾ ਹੈ ਇਹ 3-4 ਹਿੱਸਿਆਂ ਦੇ ਵਿੱਚ ਜਾਂਦਾ, ਕੰਪਲਿਕੇਟਿਡ ਹੈ ਸਵਾਲ। ਮੈਂ ਕੋਸ਼ਿਸ਼ ਕਰਦਾ ਵੀ ਇਹਨੂੰ ਜਿੰਨਾ ਸੌਖੇ ਸ਼ਬਦਾਂ ਦੇ ਵਿੱਚ ਬਿਆਨ ਕਰ ਸਕਦਾ ਕੁਝ ਆਪਣੇ ਵੱਲੋਂ ਕਰਾਂਗਾ ਜੀ। ਪਹਿਲੀ ਗੱਲ, ਦੇਖੋ ਹੁਣ ਸਰਕਾਰ ਦੇ ਕੋਲ 2 ਰਸਤੇ ਨੇ ਆਪਣਾ ਫੋਰਨ ਐਕਸਚੇਂਜ ਨੂੰ ਬਚਾਉਣ ਦੇ ਲਈ, ਕਿਉਂਕਿ ਜਿੱਦਾਂ ਆਪਾਂ ਗੱਲ ਕੀਤੀ ਹੈ ਹੁਣੇ ਪਿਛਲੇ ਸਵਾਲ ਦੇ ਵਿੱਚ ਵੀ 80 ਤੋਂ 90 ਬਿਲੀਅਨ ਡਾਲਰ ਜਿਹੜਾ ਹੈ ਸਾਡਾ ਫੋਰਨ ਐਕਸਚੇਂਜ ਘਟ ਰਿਹਾ। ਜਿੰਨਾ ਸਾਡੇ ਕੋਲ ਫੋਰਨ ਐਕਸਚੇਂਜ ਘਟੇਗਾ, ਜਿੰਨਾ ਸਾਡੇ ਕੋਲ ਡਾਲਰ ਜਿਹੜਾ ਘਟੇਗਾ, ਉਹਨਾਂ ਸਾਡੇ ਉੱਤੇ ਪ੍ਰੈਸ਼ਰ ਜ਼ਿਆਦਾ ਬਣਦਾ ਜਾਏਗਾ। ਸਾਡੀ ਸਾਖ ਜਿਹੜੀ ਹੈ ਮਾਰਕੀਟ ਦੇ ਵਿੱਚ ਟੁੱਟਦੀ ਜਾਏਗੀ। ਜਿੰਨੀ ਸਾਡੀ ਸਾਖ ਟੁੱਟੇਗੀ ਉਹਨੇ ਲੋਕ ਸਾਡੇ ਕੋਲ ਨਿਵੇਸ਼ ਕਰਨ ਘੱਟ ਆਉਣਗੇ। ਤਾਂ ਇਸ ਕਰਕੇ ਸਰਕਾਰਾਂ ਦੇ ਲਈ ਇੱਕ ਪ੍ਰੈਸ਼ਰ ਹੈ, ਉਹਨਾਂ ਨੇ ਡਾਲਰ ਨੂੰ ਬਚਾਉਣਾ, ਰੁਪਈਏ ਨੂੰ ਬਚਾਉਣਾ, ਡਾਲਰ ਆਪਣੇ ਰਿਜ਼ਰਵ ਦੇ ਵਿੱਚ, ਆਪਣੇ ਭੰਡਾਰ ਦੇ ਵਿੱਚ ਹੋਰ ਲੈ ਕੇ ਆਉਣਾ ਜੀ। ਉਹ 2 ਤਰੀਕੇ ਦੇ ਨਾਲ ਹੋ ਸਕਦਾ। ਇੱਕ ਤੁਸੀਂ ਗੱਲ ਕੀਤੀ ਹੈ ਵੀ ਰੇਟ ਆਫ ਇੰਟਰਸਟ ਇਨਕਰੀਜ਼ ਕਰਦੇ ਜੀ, ਜਾਂ ਤਾਂ ਸਰਕਾਰ ਵਿਆਜ ਵਧਾ ਦੇ, ਜਿੰਨਾ ਅਮਰੀਕਾ ਦੇ ਵਿੱਚ ਵਧਿਆ ਓਨਾ ਹੀ ਸਰਕਾਰ ਇੱਥੇ ਵਿਆਜ ਵਧਾ ਦੇ। ਦੂਜੀ ਚੀਜ਼ ਜਿਹੜੀ ਹੈ ਬਈ ਇੰਪੋਰਟਸ ਜਿਹੜੇ ਨੇ ਉਹ ਘਟਾ ਦੇਵੇ। ਜੇ ਅਸੀਂ ਇੰਪੋਰਟ ਦੇ ਉੱਤੇ ਜਿਹੜਾ ਅਸੀਂ ਬਾਹਰੋਂ ਦੀ ਸਮਾਨ ਖਰੀਦਦੇ ਹਾਂ ਉਹਦੇ ਤੇ ਇੰਪੋਰਟ ਡਿਊਟੀਆਂ ਘਟਾ ਦੇ ਸਰਕਾਰ, ਤਾਂ ਸ਼ਾਇਦ ਉਹਦੇ ਨਾਲ ਅਸੀਂ ਕੁਝ ਹੱਦ ਤੱਕ ਬਚ ਜਾਈਏ। ਲੇਕਿਨ ਇਹ ਦੋਨੋਂ ਹੀ ਕੰਮ ਜਿਹੜੇ ਨੇ ਇਸ ਵੇਲੇ ਮੁਮਕਿਨ ਘੱਟ ਲੱਗਦੇ ਨੇ। ਰਿਜ਼ਰਵ ਬੈਂਕ ਆਫ ਇੰਡੀਆ ਜਿਹੜਾ ਹੈ ਵਿਆਜ ਜ਼ਰੂਰ ਵਧਾਏਗਾ। ਵਿਆਜ RBI US ਫੈਡ ਨੂੰ ਟੱਕਰ ਦੇਣ ਦੇ ਲਈ ਜਿਹੜਾ ਪੈਸਾ, ਤਾਂ ਕਿ ਹਿੰਦੁਸਤਾਨ 'ਚ ਜਿਹੜੇ ਨਿਵੇਸ਼ਕ ਨੇ, ਜਿਨ੍ਹਾਂ ਨੇ ਬਾਹਰਲੇ ਨਿਵੇਸ਼ਕ ਜਿਨ੍ਹਾਂ ਨੇ ਪੈਸਾ ਲਾਇਆ ਹੋਇਆ ਵਾਪਸ ਨਾ ਉੱਡ ਜਾਣ, ਇੱਥੋਂ ਨਾ ਪੈਸਾ ਕਢਾਉਣ, ਤਾਂ ਹਿੰਦੁਸਤਾਨ ਉਹਨਾਂ ਨੂੰ ਵਿਆਜ ਚੰਗਾ ਦੇ ਕੇ ਪੈਸਾ ਇੱਥੇ ਰੋਕਣ ਦੀ ਕੋਸ਼ਿਸ਼ ਕਰੇਗਾ। ਇਹ ਜਿਹੜੀ ਮੋਨਟਰੀ ਪਾਲਿਸੀ ਕਮੇਟੀ ਦੀ ਹੁਣ ਸਾਡੀ ਮੀਟਿੰਗ ਹੋਣ ਵਾਲੀ ਹੈ ਹਫ਼ਤੇ 10 ਦਿਨ ਦੇ ਵਿੱਚ, ਉੱਥੇ ਸਾਨੂੰ ਸਾਹਮਣੇ ਆ ਜਾਏਗਾ ਰਿਜ਼ਰਵ ਬੈਂਕ ਤੇ ਇੱਕ ਤਾਂ ਇਹ ਪ੍ਰੈਸ਼ਰ ਹੈ। ਦੂਜੀ ਗੱਲ ਜਿਹੜੀ ਹੈ ਉਹ ਇਹ ਹੈ ਖੰਨਾ ਸਾਹਿਬ ਵੀ ਅਸੀਂ ਇਹ ਦੇਖਿਆ ਵੀ ਜਦੋਂ ਵਿਆਜ ਵਧਿਆ ਉੱਥੇ ਅਮਰੀਕਾ ਦੇ ਵਿੱਚ, ਜਿਹੜੇ ਤਾਂ ਮੁਲਕਾਂ ਨੇ ਵਿਆਜ ਵਧਾਤਾ ਸੀ ਅਮਰੀਕਾ ਦੇ ਨਾਲ ਵਧਣ ਤੇ, ਅਸੀਂ ਦੇਖਿਆ ਆਸਟ੍ਰੇਲੀਆ ਨੇ ਵਧਾਇਆ, ਅਸੀਂ ਦੇਖਿਆ ਹੈ ਬਈ ਇੰਗਲੈਂਡ ਨੇ ਵਧਾਇਆ, ਯੂਰਪੀਅਨ ਯੂਨੀਅਨ ਜਿਹੜਾ ਹੈ ECB ਜਿਹੜਾ ਯੂਰਪੀਅਨ ਸੈਂਟਰਲ ਬੈਂਕ ਉਹਨੇ ਵਧਾਇਆ, ਕੈਨੇਡਾ ਨੇ ਵਧਾਇਆ। ਜਿਹੜੇ ਮੁਲਕਾਂ ਨੇ ਵਿਆਜ ਵਧਾਏ ਆ ਨਾਲ ਉਹ ਤਾਂ ਬਚ ਗਏ, ਉਹਨਾਂ ਦੇ ਉੱਤੇ ਮਾਰ ਘੱਟ ਪਈ ਹੈ। ਲੇਕਿਨ ਐਤਕੀ ਮਾਰ ਜਿਹੜੀ ਪਈ ਹੈ ਜਾਪਾਨ ਔਰ ਚਾਈਨਾ ਦੇ ਉੱਤੇ ਪਈ ਹੈ। ਪਰਸੋਂ ਦਾ ਜਦੋਂ ਅਸੀਂ ਹਾਲ ਦੇਖਦੇ ਹਾਂ ਤਾਂ ਜਾਪਾਨ ਔਰ ਚਾਈਨਾ ਦੇ ਵਿੱਚ ਐਤਕੀ ਮਾਰ, ਕਿਉਂਕਿ ਉਹਨਾਂ ਨੇ ਵਿਆਜ ਦੇ ਹਿਸਾਬ ਦੇ ਨਾਲ ਆਪਣੇ ਮੁਲਕ ਦੇ ਵਿੱਚ ਵਿਆਜ ਨਹੀਂ ਵਧਾਏ, ਜਿੰਨਾ ਅਮਰੀਕਾ ਦੇ ਵਿੱਚ ਵਿਆਜ ਵਧਿਆ ਉਹਦੇ ਹਿਸਾਬ ਦੇ ਨਾਲ ਆਪਣੇ ਆਪ ਨੂੰ ਨਹੀਂ ਢਾਲਿਆ। ਸਾਡਾ ਜਿਹੜਾ ਇਸ ਵੇਲੇ ਦਾ ਫੋਰਨ ਐਕਸਚੇਂਜ ਹੈ ਉਹ 7 ਤੋਂ 8 ਮਹੀਨਿਆਂ ਦੀ ਜਿਹੜੀ ਪੇਮੈਂਟ ਕਰਨ ਦੇ ਲਈ ਸਫੀਸ਼ੀਐਂਟ ਹੈ। ਜੇ ਅੱਜ ਅਸੀਂ ਕੁਝ ਵੀ ਨਾ ਕਰੀਏ, ਸਿਰਫ ਖਾਣਾ ਸ਼ੁਰੂ ਹੋ ਜਾਈਏ, ਐਕਸਪੋਰਟ ਵੀ ਨਾ ਕਰੀਏ, ਪੈਸਾ ਵੀ ਬਾਹਰੋਂ ਨਾ ਆਵੇ, ਤਾਂ ਵੀ ਅਸੀਂ 7 ਤੋਂ 8 ਮਹੀਨੇ ਤੱਕ ਆਪਣੇ ਖਰਚੇ ਕਰ ਸਕਦੇ ਹਾਂ ਆਰਾਮ ਨਾਲ। ਹਜੇ ਤੱਕ ਸਮੱਸਿਆ ਨਹੀਂ ਹੈ। ਲੇਕਿਨ ਹੁਣ ਸਮੱਸਿਆ ਜਿਹੜੀ ਹੈ ਉਹ ਇੱਥੇ ਆਉਂਦੀ ਹੈ ਵੀ ਰਿਜ਼ਰਵ ਬੈਂਕ ਵਿਆਜ ਵਧਾਏਗਾ, ਪਰ ਜਿਹੜੀ ਨਿਰਮਲਾ ਸੀਤਾਰਮਨ ਮੈਡਮ ਨੇ ਜਾਂ ਮਿਨਿਸਟਰੀ ਆਫ ਫਾਈਨਾਂਸ ਨੇ, ਉਹਨਾਂ ਨੂੰ ਇਦਾਂ ਲੱਗਦਾ ਵੀ ਜੇ ਤੁਸੀਂ ਜ਼ਿਆਦਾ ਵਿਆਜ ਵਧਾ ਦੋਗੇ, ਅਰਥਚਾਰਾ ਜਿਹੜਾ ਉਹਦੀ ਸਪੀਡ ਜਿਹੜੀ ਸਲੋ ਹੋ ਜਾਏਗੀ, ਕਿਉਂਕਿ ਵੱਧ ਵਿਆਜ ਤੇ ਲੋਕੀ ਨਿਵੇਸ਼ ਨਹੀਂ ਕਰਨ ਆਣਗੇ। ਤੁਸੀਂ ਔਰ ਮੈਂ ਲੋਨ ਨਵੇਂ ਨਹੀਂ ਲਵਾਂਗੇ, ਤਾਂ
ਇੱਕ ਜਿਹੜਾ ਆਪਸ ਦੇ ਵਿੱਚ ਰਿਜ਼ਰਵ ਬੈਂਕ ਔਰ ਸੀਤਾਰਮਨ ਮੈਡਮ ਜਿਹੜਾ ਮਿੰਟ ਸਟਰੀਟ ਔਰ ਨਾਰਥ ਬਲਾਕ ਦੇ ਵਿੱਚ ਆਪਸ ਦੇ ਵਿੱਚ ਕਿਤੇ ਨਾ ਕਿਤੇ ਟਸਲ ਸ਼ੁਰੂ ਹੋਈ ਹੈ। ਰਿਜ਼ਰਵ ਬੈਂਕ ਕਹਿ ਰਿਹਾ ਵੀ ਮੈਂ ਵਿਆਜ ਵਧਾਣਾ, ਨਹੀਂ ਤਾਂ ਮਹਿੰਗਾਈ ਕਾਬੂ ਨਹੀਂ ਹੋ ਸਕਦੀ, ਜਦਕਿ ਨਿਰਮਲਾ ਸੀਤਾਰਮਨ ਮੈਡਮ ਕਹਿ ਰਹੇ ਵੀ ਹੁਣ ਬਥੇਰਾ ਵਧਾ ਲਿਆ, ਹੁਣ ਬਹੁਤਾ ਨਾ ਵਧਾਓ, ਅਰਥਚਾਰੇ ਨੂੰ ਵਧਣ ਦਿਓ, ਕਿਉਂਕਿ ਜਦੋਂ ਜਦੋਂ ਵਿਆਜ ਵੱਧਦਾ ਉਦੋਂ ਉਦੋਂ ਰਿਸੈਸ਼ਨ ਆਉਂਦਾ, ਜੋ ਅਸੀਂ ਵਰਲਡ ਬੈਂਕ ਨੇ ਵੀ ਕਿਹਾ, ਜਾਂ ਜੋ ਅਸੀਂ ਐਕਸਪੈਕਟ ਕਰ ਰਹੇ ਹਾਂ ਆਉਣ ਵਾਲੇ 3-4 ਮਹੀਨੇ 6 ਮਹੀਨੇ ਦੇ ਵਿੱਚ ਰਿਸੈਸ਼ਨ ਜਿਹੜਾ ਹੈ ਉਹ ਆਉਣਾ ਸ਼ੁਰੂ ਹੋ ਜਾਏਗਾ, ਇੱਕ ਸ਼ਾਰਟ ਟਰਮ ਰਿਸੈਸ਼ਨ ਹੋਏਗਾ, ਅਰਥਚਾਰਿਆਂ ਦੀ ਸਪੀਡ ਜਿਹੜੀ ਹੈ ਘਟੇਗੀ, GDP ਗਰੋਥ ਜਿਹੜੀ ਹੈ ਘਟੇਗੀ। ਸੋ ਇਹ ਟੋਟਲ ਮਾਮਲਾ ਗਰੀਡ ਦਾ ਹੈ, ਔਰ ਗਰੀਡ ਇਹ ਕਹਿੰਦੀ ਹੈ ਕਿ ਜੋ ਵੱਡੇ ਵੱਡੇ ਲੋਕ ਨੇ, ਗਰੀਡੀ ਲੋਕ ਨੇ, ਗਰੀਡ ਇਜ਼ ਗੁੱਡ, ਠੀਕ ਹੈ, ਉਹਨਾਂ ਵਾਸਤੇ ਗੁੱਡ ਹੋ ਸਕਦੀ ਹੈ, ਪਰ ਜੋ ਬਾਕੀ ਆਮ ਲੋਕ ਨੇ ਉਹਨਾਂ ਵਾਸਤੇ ਗਰੀਡ ਗੁੱਡ ਨਹੀਂ ਹੈ, ਕਿਉਂਕਿ ਉਹਨਾਂ ਦੇ ਉੱਤੇ ਪ੍ਰੈਸ਼ਰ ਪੈਂਦਾ ਹੈ। ਸੋ ਗਵਰਨਮੈਂਟ ਆਫ ਇੰਡੀਆ ਫਿਰ ਵੀ ਕਲੇਮ ਕਰਦੀ ਹੈ ਕਿ ਮਹਿੰਗਾਈ ਕਾਬੂ ਦੇ ਵਿੱਚ ਹੈ ਬਾਕੀ ਦੇਸ਼ਾਂ ਦੇ ਮੁਕਾਬਲੇ, ਜਦਕਿ ਭਾਰਤ ਦੇ ਲੋਕ, ਪੰਜਾਬ ਦੇ ਲੋਕ ਕਹਿੰਦੇ ਨੇ ਕਿ ਮਹਿੰਗਾਈ ਨੇ ਵਾਕਈ ਲੱਕ ਤੋੜ ਦਿੱਤਾ ਹੈ। ਸੋ ਇਹ ਮਿਲੀਆਂ ਜੁਲੀਆਂ ਪ੍ਰਤੀਕਿਰਿਆਵਾਂ ਸਾਨੂੰ ਮਿਲਦੀਆਂ ਪਈਆਂ ਨੇ। ਕੁੱਲ ਮਿਲਾ ਕੇ ਮਾਹੌਲ ਇਹ ਹੈ ਕਿ ਸਮਝ ਕੁਝ ਨਹੀਂ ਆ ਰਿਹਾ ਇਹ ਚੱਕਰ 'ਚੋਂ ਨਿਕਲਣਾ ਕਿਵੇਂ ਹੈ। ਖੈਰ, ਅਸੀਂ ਤੁਹਾਡੇ ਨਾਲ ਇਸ ਤਰ੍ਹਾਂ ਹੀ ਵੱਖ-ਵੱਖ ਵਿਸ਼ਿਆਂ ਦੇ ਉੱਤੇ ਗੱਲਬਾਤ ਕਰਦੇ ਰਹਾਂਗੇ ਜੋ ਇਕਨੋਮੀ ਦੇ ਨਾਲ ਜੁੜੇ ਹੋਏ ਨੇ। ਰਾਜੀਵ ਜੀ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਕਿ ਤੁਸੀਂ ਆਪਣੇ ਐਨਾਲਿਸਿਸ ਸਾਡੇ ਦਰਸ਼ਕਾਂ ਨਾਲ ਸ਼ੇਅਰ ਕੀਤੇ। ਥੈਂਕ ਯੂ ਸੋ ਮਚ ਸਰ। ਮਿਹਰਬਾਨੀ ਜੀ, ਮਿਹਰਬਾਨੀ। ਅਸੀਂ ਆਪਣੇ ਦਰਸ਼ਕਾਂ ਨੂੰ ਇਹ ਗੁਜ਼ਾਰਿਸ਼ ਕਰਾਂਗੇ ਕਿ ਆਪਣੇ ਵਿਚਾਰ ਸਾਨੂੰ ਜ਼ਰੂਰ ਇਨਬਾਕਸ ਕਰਿਆ ਕਰੋ ਸਾਡੇ ਸਬਜੈਕਟਸ ਦੇ ਉੱਤੇ ਜੋ ਅਸੀਂ ਤੁਹਾਡੇ ਨਾਲ ਡਿਸਕਸ ਕਰਦੇ ਹਾਂ, ਤੇ ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ ਜੀ।